ਜਿਹੜੀ ਸਟੀਲ ਹੈ ਇਹ ਬਿਮਾਰੀ ਹੈ, ਸਿਲਵਰ में बीमारी है, ਸਰਬਲੋਚ बीमारी कोई नहीं है। ਜਦੋਂ ਤੁਸੀਂ ਸ਼ੁਰੂਆਤ ਕਰਦੇ ਹੋ ਬਰਤਨ ਬਣਾਉਣ ਦੀ ਤਾਂ ਬਰਤਨ ਬਣਾਉਣੇ ਬਹੁਤੇ ਕੋਈ ਸੌਖੇ ਨਹੀਂ ਆ, ਕਿਉਂਕਿ ਤੁਸੀਂ ਪਹਿਲਾਂ ਲੋਹਾ ਕੁੱਟਦੇ ਹੋ, ਫਿਰ ਪਲਾਈ ਹੁੰਦੀ ਹੈ, ਫਿਰ ਪਾਲਿਸ਼ ਹੁੰਦੀ। ਕਿਸ ਤਰੀਕੇ ਨਾਲ ਮੈਂ ਚਾਹਾਂਗੀ ਜੇ ਅਸੀਂ ਇਸ ਕੜਾਈ ਦੀ ਗੱਲ ਕਰ ਲੈਂਦੇ ਹਾਂ, ਹੈ ਨਾ, ਇਹ ਬਹੁਤ ਭਾਰੀ ਵੀ ਬਹੁਤ ਹੈ, ਹੈ ਨਾ, ਇਹਨੂੰ ਲੋਹਾ ਕਿੰਨਾ ਲੱਗਾ ਤੇ ਲੋਹਾ ਆਉਂਦਾ ਕਿੱਥੋਂ ਹੈ? ਇਹ ਲੋਹਾ ਦਾ ਲੁਧਿਆਣੇ ਦੇ ਲਿਆਉਂਦੇ ਉੱਥੇ। ਹੁਣ ਕਿੰਨਾ ਹੀ ਕਿਹਾ ਜੀ, ਮੋਟਾ ਲੈ ਲਓ, ਪਤਲਾ ਲੈ ਲਓ, ਜਿਹਾ ਜਿਹਾ ਮਰਜ਼ੀ ਲੈ ਲਓ, ਵੱਡਿਆ ਵੱਡਾ ਉੱਥੇ ਮਿਲ ਜਾਂਦਾ, ਗੋਲ ਕਰਿਆ ਕਰਾਇਆ। ਆਰਡਰਾਂ ਦਾ ਕੋਈ ਅੰਤ ਨਹੀਂ ਹੈ। ਕਿਸੇ ਕਿਸੇ ਦੇ 10 ਬਣਾ ਦਿਓ, ਕਿਸੇ ਦੇ 20 ਬਣਾ ਦਿਓ, ਕਿਸੇ ਦਾ 50 ਬਣਾ ਦਿਓ। ਜਿਹੜੇ ਕੜਾਏ ਤਿਆਰ ਹੁੰਦੇ ਨੇ ਤਾਂ ਇਹਨਾਂ ਦੀ ਜਿਹੜੀ ਚੌੜਾਈ ਕਿੰਨੀ ਹੈ, ਲੰਬਾਈ ਕਿੰਨੀ ਆ, ਲੋਹਾ ਇਹਨੂੰ ਟੋਟਲ ਕਿੰਨਾ ਲੱਗਾ ਹੈ? ਇਹਨੂੰ ਇੱਕ ਕੜਾਹੇ ਨੂੰ 18 ਕੁਇੰਟਲ ਲੋਹਾ ਲੱਗ ਜੂ। ਅੱਛਾ ਜੀ, ਇੱਕ 18 ਕੁਇੰਟਲ ਦਾ ਕੜਾਹਾ ਤਿਆਰ ਕੀਤਾ ਤਾਂ ਟੋਟਲ ਸਮਾਂ ਕਿੰਨਾ ਲੱਗਾ ਸੀ ਉਹਨੂੰ? ਉਹ ਇਹਨੂੰ ਲੱਗੇ 20 ਦਿਨ ਲੱਗ ਜਾਣਗੇ। ਅੱਛਾ ਜੀ, ਕਿ ਇੱਕ ਦਿਨ 'ਚ ਕਿੰਨੇ ਥਾਲ ਬਣ ਜਾਂਦੇ ਨੇ? ਥਾਲ ਦਾ ਜੀ 8 ਘੰਟੇ ਬਾਅਦ 5 ਕੁ ਬਣ ਜਾਂਦੇ। ਤੁਹਾਡੇ ਇੱਥੇ ਕਾਰਖਾਨੇ ਦੇ ਵਿੱਚ ਕਿਹੜੇ ਬਰਤਨ ਹੁਣ ਤੱਕ ਬਣਾਏ ਜਾ ਚੁੱਕੇ ਨੇ? ਬਰਤਨ ਦਾ ਜੀ ਕੜਛੀਆਂ, ਚਮਚੇ, ਗੜਬੇ, ਬਾਟੇ, ਕੜਾਹੀਆਂ, ਸਭ ਸਮਾਨ ਲੋਹੇ ਦਾ ਬਣਦਾ। ਚਮਚੇ, ਕੋਈ ਚੀਜ਼ ਐ ਨਹੀਂ ਵੇਰ ਨਹੀਂ ਬਣਾਉਂਦੇ। ਇਹ ਵੀ ਕਿਹਾ ਜਾਂਦਾ ਕਿ ਜਦੋਂ ਅਸੀਂ ਕੋਈ ਸਬਜ਼ੀ ਤਿਆਰ ਕਰਦੇ ਹਾਂ ਸਰਬ ਲੋਹ ਦੇ ਭਾਂਡੇ ਦੇ ਵਿੱਚ, ਉਹ ਥੋੜੀ ਕਾਲੀ ਹੋ ਜਾਂਦੀ ਹੈ, ਇਹ ਤਾਂ ਕੀ ਕਾਰਨ ਰਹਿੰਦਾ ਹੈ? ਕਾਲੀ ਤਾਂ ਜੀ ਜਦ ਨੂਣ ਪੈਂਦਾ ਹੈ ਫਿਰ ਹੀ ਲੋਹਾ ਖੜਦਾ ਹੈ, ਤਾਂ ਕਾਲੀ ਹੁੰਦੀ ਹੈ। ਕਿਹਾ ਜਾਂਦਾ ਕਿ ਜਿਹੜੇ ਲੋਕ ਸਰਬ ਲੋਹ ਦੀ ਵਰਤੋਂ ਕਰਦੇ ਨੇ, ਹਨਾ, ਭਾਂਡਿਆਂ ਦੀ ਵਰਤੋਂ ਕਰਦੇ ਨੇ, ਉਹਨਾਂ ਨੂੰ ਕਦੇ ਕੋਈ ਬਿਮਾਰੀ ਨਹੀਂ ਲੱਗਦੀ ਆ। ਤੇ ਮੈਂ ਚਾਹਾਂਗੀ ਕਿ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਕਿਹੜੀਆਂ ਬਿਮਾਰੀਆਂ ਇਹ ਲੋਹਾ ਜਿਹੜਾ ਆ ਸਰੀਰ ਤੋਂ ਕੱਟਦਾ ਹੈਗਾ? ਇਹ ਦੇਖੋ, ਬਲੱਡ ਪ੍ਰੈਸ਼ਰ ਵੀ ਨਹੀਂ ਹੁੰਦਾ, ਸ਼ੂਗਰ ਵੀ ਨਹੀਂ ਹੁੰਦਾ, ਹੋਰ ਕੋਈ ਮਰਜ਼ ਨਹੀਂ ਹੁੰਦੀ ਹੈ। ਕਿੱਥੇ ਤੱਕ ਹੁਣ ਤੁਹਾਡੇ ਬਰਤਨ ਜਾ ਚੁੱਕੇ ਨੇ? ਬਰਤਨ ਦਾ ਕੈਨੇਡਾ ਮਾ, ਅਮਰੀਕਾ 'ਚ, ਇੰਗਲੈਂਡ, ਸਾਰੇ ਥਾਂ ਚਲੇ ਗਏ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਅੱਜ ਦੇ ਸਮੇਂ ਦੀ ਅਸੀਂ ਗੱਲ ਕਰੀਏ ਤਾਂ ਸਾਡੀ ਜ਼ਿੰਦਗੀ ਬੜੀ ਦਿਖਾਵੇ ਵਾਲੀ ਹੁੰਦੀ ਜਾ ਰਹੀ ਹੈ ਔਰ ਅਸੀਂ ਆਪਣੇ ਘਰਾਂ ਦੇ ਵਿੱਚ ਬੜੀਆਂ ਮਹਿੰਗੀਆਂ ਚੀਜ਼ਾਂ ਲਿਆਉਣ ਦੇ ਸ਼ੌਂਕੀ ਹੁੰਦੇ ਆ। ਜੇ ਗੱਲ ਘਰ ਦੇ ਸਾਜੋ ਸਮਾਨ ਦੀ ਗੱਲ ਕਰੀਏ ਤਾਂ ਅਸੀਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਮਹਿੰਗੇ ਬਰਤਨ ਆਪਣੀ ਰਸੋਈ ਦੇ ਵਿੱਚ ਲਿਆਉਂਦੇ ਆ। ਸਮੇਂ ਪੁਰਾਣੇ ਦੀ ਗੱਲ ਕਰ ਲੈਂਦੇ ਹਾਂ ਤਾਂ ਉਸ ਸਮੇਂ ਦੇ ਵਿੱਚ ਮਿੱਟੀ ਦੇ ਬਰਤਨ ਹੋਇਆ ਕਰਦੇ ਸੀ, ਸਰਬ ਲੋਹ ਦੇ ਬਰਤਨ ਹੋਇਆ ਕਰਦੇ ਸੀ ਤੇ ਕਦੇ ਪਿੰਡ 'ਚ ਕਦੀ ਬਿਮਾਰੀ ਨਹੀਂ ਆਇਆ ਕਰਦੀ ਸੀ। ਤੇ ਅੱਜ ਦੇ ਜਿਹੜੇ ਸਾਡੇ ਘਰ ਦੇ 'ਚ ਬਰਤਨ ਆ ਗਏ ਨੇ, ਸਾਨੂੰ ਜਿਹੜੇ ਜ਼ਰੂਰੀ ਤੱਤ ਸਾਡੇ ਸਰੀਰ ਨੂੰ ਚਾਹੀਦੇ ਹੁੰਦੇ ਨੇ, ਅਸੀਂ ਉਹਨਾਂ ਤੋਂ ਅਧੂਰੇ ਹੋ ਗਏ ਹਾਂ, ਸਾਨੂੰ ਤੱਤ ਹੀ ਨਹੀਂ ਮਿਲਦੇ। ਤੇ ਅੱਜ ਅਸੀਂ ਇੱਕ ਐਸੇ ਪਿੰਡ ਵਿੱਚ ਪਹੁੰਚੇ ਹੋਏ ਹਾਂ ਜਿੱਥੇ 7ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਨੇ ਇੱਕ ਐਸਾ ਵਰਦਾਨ ਦਿੱਤਾ ਸੀ ਇਸ ਪਿੰਡ ਨੂੰ। ਗੱਲ ਕਰ ਰਹੀ ਹਾਂ ਪਿੰਡ ਘੜੂਆਂ ਦੀ, ਜੋ ਕਿ ਮੋਹਾਲੀ ਔਰ ਖਰੜ ਦੇ ਬਿਲਕੁਲ ਵਿਚਾਲੇ ਜੇ ਵਸਿਆ ਹੋਇਆ ਹੈ ਔਰ ਇਸੇ ਹੀ ਪਿੰਡ ਦੇ ਵਿੱਚ ਸਰਬ ਲੋਹ ਦੇ ਜਿਹੜੇ ਬਰਤਨ ਨੇ ਉਹ ਬਣਦੇ ਨੇ ਇੱਥੇ। ਸੋ ਅਸੀਂ ਗੱਲ ਕਰ ਲੈਂਦੇ ਤੇ ਅੱਜ ਸਾਡੇ ਨਾਲ ਸਰਬ ਲੋਹ ਬਰਤਨ ਬਣਾਉਣ ਵਾਲੇ ਬਾਬਾ ਜੀ ਮੌਜੂਦ ਨੇ। ਕਿਸ ਤਰੀਕੇ ਦੇ ਨਾਲ ਇਹ ਸਰਬ ਲੋਹ ਦੇ ਬਰਤਨ ਜਦੋਂ ਤੋਂ ਬਣਦੇ ਆਏ ਨੇ ਹੁਣ ਤੱਕ ਕਿੰਨਾ ਫਾਇਦਾ ਹੋਇਆ ਹੈ, ਸਰੀਰ ਨੂੰ ਕਿੰਨੇ ਰੋਗਾਂ ਤੋਂ ਇਹ ਜਿਹੜਾ ਮੁਕਤ ਵੀ ਕਰਦੇ ਨੇ। ਸਾਡੇ ਨਾਲ ਬਾਬਾ ਨਛੱਤਰ ਸਿੰਘ ਜੀ ਮੌਜੂਦ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ, ਫਤਿਹ ਦੀ ਸਾਂਝ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਬਹੁਤ ਧੰਨਵਾਦ ਜੀ, ਤੁਸੀਂ ਸਾਨੂੰ ਸਮਾਂ ਵੀ ਦੇ ਰਹੇ ਹੋ, ਅੱਜ ਤੁਹਾਡਾ ਮੈਂ ਕੰਮ ਵੀ ਰੁਕਿਆ ਹੈ। ਸੋ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਾਂਗੇ ਕਿ ਸਰਬ ਲੋਹ ਦੇ ਬਰਤਨ, ਇਹਨਾਂ ਦੇ ਵਿੱਚ ਖਾਸੀਅਤ ਕੀ ਹੈ? ਖਾਸੀਅਤ ਹੈ ਜੀ ਵੀ ਇਹਨਾਂ ਦੇ ਖਾਣੇ ਵਿੱਚ ਕੋਈ ਬਿਮਾਰੀ ਨਹੀਂ ਲੱਗਦੀ। ਇਹਦੇ ਵਿੱਚ ਜਿਹੜਾ ਦਾਲ ਸਬਜ਼ੀ ਬਣਦੀ ਹੈ ਜੀ, ਨੂਣ ਪੈਂਦਾ, ਜਿਹੜਾ ਬਰਤਨ ਹੈ ਲੋਹੇ ਦਾ, ਉਹ ਸਰਬ ਲੋਹ ਦਾ, ਉਹ ਫਿਰ ਖੁਰਦਾ ਹੈ, ਉਹ ਤਾਂ ਕਰਕੇ ਬਿਮਾਰੀ ਨਹੀਂ ਹੁੰਦੀ ਇਹਦੇ ਵਿੱਚ। ਜਿਹੜੀ ਸਟੀਲ ਹੈ ਇਹ ਬਿਮਾਰੀ ਹੈ, ਸਿਲਵਰ में बीमारी है,
ਸਰਬਲੋਹ 'ਚ ਬਿਮਾਰੀ ਕੋਈ ਨਹੀਂ ਹੈ। ਕਿੰਨੇ ਸਾਲਾਂ ਤੋਂ ਤੁਸੀਂ ਇਹ ਬਰਤਨ ਬਣਾਉਂਦੇ ਆ ਰਹੇ ਹੋ? ਸਾਨੂੰ 65 ਸਾਲ ਹੋ ਗਏ ਬਣਾਉਂਦਿਆਂ ਨੂੰ। ਅੱਛਾ ਜੀ। ਹਾਂਜੀ। ਦੱਸਣਾ ਚਾਹਾਂਗੀ ਕਿ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਅੰਮ੍ਰਿਤ ਦੀ ਦਾਤ ਬਖਸ਼ੀ ਸੀ ਤੇ ਇਸੇ ਸਰਬਲੋਹ ਦੇ ਬਾਟੇ ਦੇ ਵਿੱਚ ਹੀ ਅੰਮ੍ਰਿਤ ਜਿਹੜਾ ਤਿਆਰ ਕੀਤਾ ਗਿਆ ਸੀ। ਉਹ ਕਿਹਾ ਜਾਂਦਾ ਹੈ ਕਿ ਜਦੋਂ ਦਸਮ ਪਾਤਸ਼ਾਹ ਨੇ ਅੰਮ੍ਰਿਤ ਛਕਾਉਣਾ ਸੀ ਤਾਂ ਉਸ ਵੇਲੇ ਇਹ ਬਰਤਨ, ਉਹ ਜਿਹੜਾ ਬਾਟਾ ਸੀ, ਉਹ ਵੀ ਇੱਥੋਂ ਹੀ ਆਇਆ ਸੀਗਾ। ਹਾਂਜੀ, ਉਰੇ ਦੇ ਬਣਾ ਕੇ ਲੈ ਗਏ। ਅੰਮ੍ਰਿਤ ਪ੍ਰਚਾਰ ਫਿਰ ਉਹਦੇ ਵਿੱਚ ਤਿਆਰ ਹੋਇਆ ਹੈ ਅਨੰਦਪੁਰ ਸਾਹਿਬ। ਹਾਂਜੀ। ਫਿਰ ਉਹ ਛਕਾਏ ਲੋਕਾਂ ਨੂੰ। ਅੱਛਾ ਜੀ। ਹਾਂਜੀ। ਕੋਈ ਪਤਾ ਬਾਪੂ ਜੀ ਤੁਹਾਨੂੰ ਕਿ ਉਸ ਵੇਲੇ ਕੌਣ ਲੁਹਾਰ ਹੋਇਆ ਕਰਦਾ ਸੀ? ਹਾਂਜੀ। ਉਸ ਵੇਲੇ ਜਿਨ੍ਹਾਂ ਨੇ ਬਰਤਨ ਤਿਆਰ ਕੀਤੇ ਸੀ, ਕਿਹੜਾ ਲੁਹਾਰ ਸੀਗਾ ਉਸ ਟਾਈਮ ਤੇ? ਕੁਝ ਨਾਮ ਪਤਾ ਤੁਹਾਨੂੰ? ਨਾਮ ਦਾ ਪਤਾ ਨਹੀਂ ਜੀ ਹੈ। ਉਹ ਤਾਂ ਬੜਾ ਰੂਪ ਤੇ ਸਾਡੇ ਹਾਂ। ਉਹ ਤਾਂ 5 6 7 ਪੁਸਤਾਂ ਦੇ ਪਹਿਲਾਂ ਤੇ ਹੁਣ 5ਵੀਂ ਪੁਸਤ ਦਾ ਸਾਨੂੰ ਪਤਾ ਹੈ। ਹਾਂ। ਉਹਦੇ ਬਾਅਦ ਪਹਿਲਾਂ ਨਹੀਂ ਪਤਾ, ਪਹਿਲਾਂ ਨਹੀਂ ਪਤਾ। ਤੁਹਾਡੀਆਂ ਵੀ 5 ਪੀੜ੍ਹੀਆਂ ਹੋ ਗਈਆਂ ਨੇ ਲੋਹੇ ਦੇ ਬਰਤਨ, ਜਿਹੜੇ ਸਰਬਲੋਹ ਦੇ ਬਰਤਨ ਤਿਆਰ ਕਰ ਰਹੀਆਂ ਨੇ, ਤੇ ਤੁਸੀਂ ਕਿਹੜੀ ਪੀੜ੍ਹੀ ਦੇ ਵਿੱਚੋਂ ਆ? ਹੁਣ ਪਹਿਲਾਂ ਤਾਂ ਜੀ ਸਾਡਾ ਬਾਬਾ ਜੀ ਤਾਂ, ਹਾਂਜੀ। ਉਹਦੇ ਬਾਅਦ ਸਾਡਾ ਬਾਪੂ ਜੀ ਤਾਂ, ਫਿਰ ਮੈਂ ਬਣਾਉਣ ਲੱਗਿਆ, ਫਿਰ ਮੁੰਡਾ ਬਣਾਉਣ ਲੱਗਿਆ, ਫਿਰ ਪੋਤਾ ਬਣਾਉਣ ਲੱਗਿਆ ਜੀ। 5ਵੀਂ ਪੀੜ੍ਹੀ ਹੁਣ ਆ ਗਈ। ਅੱਛਾ, ਸਾਰੇ ਤੁਸੀਂ ਰਲ ਕੇ ਬਣਾਉਂਦੇ ਹੋ ਸਾਰੇ ਬਰਤਨ ਅੱਜ ਵੀ? ਹਾਂਜੀ। ਔਰ ਜੇ ਅਸੀਂ ਗੱਲ ਕਰੀਏ ਤਾਂ ਜਦੋਂ 7ਵੇਂ ਪਾਤਸ਼ਾਹ ਜੀ ਨੇ ਵਰਦਾਨ ਦਿੱਤਾ ਸੀ ਇਸ ਪਿੰਡ ਨੂੰ, ਵਰਦਾਨ ਮੈਂ ਜਾਨਣਾ ਚਾਹੂੰਗੀ, ਵਰਦਾਨ ਕੀ ਸੀਗਾ? ਉਹ ਵਰਦਾਨ ਦਿੱਤਾ ਜੀ ਉਹਨਾਂ ਨੇ ਵੀ ਤੁਹਾਡੇ ਕਿਸੇ ਮੌਕੇ ਚੰਗਾ ਭਾਈ ਸੋਨੇ ਚਾਂਦੀ ਦੇ ਭਾਅ ਵਿਕਣਗੇ। ਹੁਣ ਵਿਕਦੇ ਆ ਜੀ, ਕੋਈ ਤੋੜਾ ਨਹੀਂ ਹੈ ਵਿਕਣੇ ਦਾ। ਅਸੀਂ 5 ਘਰ ਹੈ, 5 ਕੋਲ ਬੇਲ ਨਹੀਂ ਹੈ। ਅੱਛਾ ਜੀ। ਹਾਂ, ਇਹ ਬਣਾਉਣੇ ਦਾ। ਹਾਂ। ਇੱਕ ਦੋ ਨੌਕਰ ਵੀ ਰੱਖੇ ਵੇ। ਇੱਕ ਬੰਦੇ ਨੇ ਤਾਂ 5-6 ਨੌਕਰ ਰੱਖੇ ਵੇ, ਇੱਕ ਨੇ 3 ਕ ਰੱਖੇ ਵੇ, ਬਾਕੀ ਅਸੀਂ 2 ਰੱਖੇ ਵੇ। ਇੱਕ ਸਾਡਾ ਭਤੀਜਾ ਵੀ ਹੈ ਕੰਮ ਕਰਦਾ, ਉਹ ਨੰਗਲ ਨੂੰ ਗਿਆ ਵਾ ਹੁਣ ਅੱਜ। ਅੱਛਾ ਜੀ। ਹਾਂ। ਜਦੋਂ ਤੁਸੀਂ ਸ਼ੁਰੂਆਤ ਕਰਦੇ ਹੋ ਬਰਤਨ ਬਣਾਉਣ ਦੀ, ਤਾਂ ਬਰਤਨ ਬਣਾਉਣੇ ਬਹੁਤੇ ਕੋਈ ਸੌਖੇ ਨਹੀਂ ਆ, ਕਿਉਂਕਿ ਤੁਸੀਂ ਪਹਿਲਾਂ ਲੋਹਾ ਕੁੱਟਦੇ ਹੋ, ਫਿਰ ਪਲਾਈ ਹੁੰਦੀ ਹੈ, ਫਿਰ ਪਾਲਿਸ਼ ਹੁੰਦੀ। ਕਿਸ ਤਰੀਕੇ ਨਾਲ, ਮੈਂ ਚਾਹਾਂਗੀ ਜੇ ਅਸੀਂ ਇਸ ਕੜਾਈ ਦੀ ਗੱਲ ਕਰ ਲੈਂਦੇ ਹਾਂ, ਹੈ ਨਾ, ਇਹ ਬਹੁਤ ਭਾਰੀ ਵੀ ਬਹੁਤ ਹੈ ਨਾ, ਇਹਨੂੰ ਲੋਹਾ ਕਿੰਨਾ ਲੱਗਾ ਤੇ ਲੋਹਾ ਆਉਂਦਾ ਕਿੱਥੋਂ ਹੈ? ਇਹ ਲੋਹਾ ਦਾ ਲੁਧਿਆਣੇ ਦੇ ਲਿਆਉਂਦੇ ਉੱਥੇ। ਹੁਣ ਕਿੰਨਾ ਹੀ ਕਿਹਾ ਜੀ, ਮੋਟਾ ਲੈ ਲਓ, ਪਤਲਾ ਲੈ ਲਓ, ਜਿਹਾ ਜਿਹਾ ਮਰਜ਼ੀ ਲੈ ਲਓ, ਵੱਡਿਆ ਬਣਾਇਆ ਉੱਥੇ ਮਿਲ ਜਾਂਦਾ, ਗੋਲ ਕਰਿਆ ਕਰਾਇਆ। ਹਾਂ। ਫਿਰ ਤੁਸੀਂ ਇੱਥੇ ਕੋਈ ਫਿਰ ਕਟਿੰਗ ਵਾਲੀ ਮਸ਼ੀਨ ਰੱਖੀ ਹੋਈ ਹੈ? ਨਾ, ਅਸੀਂ ਨਹੀਂ ਕਟਿੰਗ ਵਾਲੀ ਮਸ਼ੀਨ ਰੱਖੀ, ਅਸੀਂ ਕੱਟਿਆ ਕਟਾਇਆ ਲਿਆਉਂਦੇ ਮਾਲ, ਜਿਹਾ ਜਿਹਾ ਸਾਨੂੰ ਜੀ ਕਰਦਾ। ਨਹੀਂ, ਜਿਵੇਂ ਤੁਸੀਂ ਹੁਣ ਇੱਕ ਥਾਲ ਬਣਾਉਣਾ ਜਾਂ ਕੜਾਈ ਬਣਾਉਣੀ ਹੈ, ਬਾਟਾ ਬਣਾਉਣਾ ਆ, ਤਾਂ ਫਿਰ ਇਹ ਵੀ ਉੱਥੋਂ ਕਟਵਾ ਕੇ ਲੈ ਕੇ ਆਉਣੇ ਹੋ? ਕੱਟੇ ਕਟਾਈ ਮਿਲਦੇ ਜੀ, ਘਰੋਂ ਪਿਆ ਦੇਖੋ। ਅੱਛਾ ਜੀ। ਹਾਂ। ਅੱਛਾ, ਇਵੇਂ ਲੈ ਕੇ ਆਉਣੇ ਹੋ। ਫਿਰ ਤੁਸੀਂ ਇਹਨੂੰ ਲੋਹੇ ਨਾਲ ਕੁੱਟ ਕੇ ਤੇ ਜੋ ਚੀਜ਼ ਬਣਾਉਣੀ ਹੈ। ਅਸੀਂ ਗਰਮ ਕਰਨਾ ਹੈ ਅੱਛਾ ਜੀ। ਭੱਠੀ ਵਿੱਚ ਗਰਮ ਕਰਕੇ, ਜਿਹੜੀ ਕਾਠ ਜੀ ਉਹ ਲੱਗੀ ਵੀ ਉੱਪਰ, ਉਹ ਸਭ ਉਤਰ ਜਾਂਦੀ ਹੈ, ਚਿੱਟਾ ਹੋ ਜਾਂਦਾ। ਅੱਛਾ ਜੀ। ਜਿਹੜੀ ਮੈਲ ਹੈ ਸਭ ਨਿਕਲ ਜਾਂਦੀ ਬਾਹਰ। ਫਿਰ ਤਿਆਰ ਹੁੰਦਾ ਹੈ ਗਰਮ ਗਰਮ। ਗੜਬੇ ਦਾ ਗਲ ਵੀ ਗਰਮ ਗਰਮ ਬਣਾਉਂਦੇ ਆ। ਇਹ ਮੈਂ ਦੱਸੂੰਗੀ, ਇਹ ਲੈ ਕੇ ਆਉਂਦੇ ਹੋ ਤੁਸੀਂ ਪਹਿਲਾਂ? ਹਾਂ। ਹਾਂਜੀ। ਫਿਰ ਇਹਨੂੰ ਚੁੱਲ੍ਹੇ 'ਚ ਪਾ ਦਿੰਦੇ ਹੋ ਗਰਮ ਕਰਨ ਦੇ ਲਈ? ਭੱਠੀ ਬਣਾਈ ਵੀ ਆ। ਅੱਛਾ ਜੀ। ਹਾਂ, ਘਰਾਂ ਵੀ ਭੱਠੀ ਬਣਾਈ ਵੀ ਤੀ, ਉਹ ਬਣਾਈ ਵੀ। ਇਹਨਾਂ ਨਾਭਾਂ 'ਚ ਪਰ ਡੂੰਘੇ ਕਰਨੇ ਆ। ਫਿਰ ਆਰਡਰ ਵੀ ਬਹੁਤ ਸਾਰੇ ਆਉਂਦੇ ਹੋਣਗੇ ਗੁਰਦੁਆਰੇ ਸਾਹਿਬ ਦੇ ਵਿੱਚੋਂ ਵੀ? ਆਰਡਰਾਂ ਦਾ ਕੋਈ ਅੰਤ ਨਹੀਂ ਹੈ। ਕਿਸੇ ਦੇ 10 ਬਣਾ ਦਿਓ, ਕਿਸੇ ਦੇ 20 ਬਣਾ ਦਿਓ, ਕਿਸੇ ਦਾ 50 ਬਣਾ ਦਿਓ। ਦੁਕਾਨ ਵਾਲੇ ਵੀ ਲਿਜਾਈ ਜਾਂਦੇ, ਅੰਮ੍ਰਿਤਸਰ ਵੀ ਜਾਂਦੇ ਦੁਕਾਨਾਂ ਵਾਲੇ, ਅਨੰਦਪੁਰ ਸਾਹਿਬ ਵੀ ਜਾਂਦੇ, ਫਤਿਹਗੜ੍ਹ ਸਾਹਿਬ ਵੀ ਜਾਂਦੇ। ਕੋਈ ਤੋੜਾ ਨਹੀਂ ਹੁਣ ਵਿਕਣੇ ਦਾ। ਪਹਿਲਾਂ ਤਾਂ ਜੀ ਅਸੀਂ 4 ਮੇਲਿਆਂ ਨੂੰ ਜਾਂਦੇ ਤੇ, ਇੱਥੇ ਫਤਿਹਗੜ੍ਹ ਸਾਹਿਬ, ਇੱਕ ਅਨੰਦਪੁਰ ਸਾਹਿਬ ਹੋਲੇ ਨੂੰ, ਵਿਸਾਖੀ ਨੂੰ ਦਮਦਮੇ ਸਾਹਿਬ, ਲੋਹੜੀ ਨੂੰ ਮੁਕਤਸਰ। ਅੱਛਾ ਜੀ। ਪਹਿਲਾਂ ਤਾਂ ਇੱਥੇ ਹੀ ਵਿਕਦੇ ਤੇ, ਕੋਈ ਨਹਾਂਗਾ ਹੁਣ ਤਾਂ ਬਾ ਮੇਲੇ ਪਰ ਵੇਚਿਆ ਹੁਣ ਤੇ, ਕੋਈ 4 ਕੁਆਂਟਲ, ਕੋਈ 2 ਕੁਆਂਟਲ, ਕੋਈ ਕੁਆਂਟਲ, ਜਿਹੇ ਜਿਹੇ ਬਣਦੇ ਤੇ ਉਹ ਇਹ ਸਭ ਵਿਕ ਜਾਂਦੇ ਨੇ।
ਕੋਈ ਅੱਛਾ, ਤੋੜਾ ਅਸੀਂ ਗੱਲ ਕਰੀਏ ਤਾਂ ਜਿਸ ਵੇਲੇ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਹੁਣਾ ਜਦੋਂ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਸੀ, ਉਸ ਵੇਲੇ ਉਹ ਇੱਥੇ ਵੀ ਆਏ ਸੀ ਤੇ ਔਰ ਉਹਨਾਂ ਦੇ ਵੱਲੋਂ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਹਰ ਗੁਰੂ ਘਰ ਦੇ ਵਿੱਚ ਜਿਹੜੇ ਨੇ ਸਰਬਲੋਹ ਦੇ ਬਰਤਨ ਜਾਇਆ ਕਰਨਗੇ। ਸਾਨੂੰ ਦਿੱਤੇ ਆ ਜੀ। ਔਰ 4 ਫਤਿਹ ਇੱਥੇ ਕੀਰਤਪੁਰ ਸਾਹਿਬ ਸਾਨੂੰ ਬੁਲਾਇਆ ਸਾਰਿਆਂ ਨੂੰ, ਉੱਥੇ ਸਾਰਿਆਂ ਨੂੰ ਦਿੱਤੇ ਸਾਨੂੰ। ਸਨਮਾਨ। ਹਾਂ, ਫਿਰ ਉਹ ਤਾਂ ਕਹਿੰਦੇ ਵੀ ਅਸੀਂ ਸਾਰੇ ਪਾਂਡੇ ਗੁਰਦੁਆਰਿਆਂ ਵਿੱਚ ਇਹੀ ਪਾਉਣੇ ਬਣਾਉਣੇ ਆ। ਉਹ ਫਿਰ ਇਹ ਜੀ ਗੱਲ ਹੋਈ, ਉਹੀ ਹਟਾਤਾ, ਰਿਟਾਇਰ ਕਰਤਾ। ਚਲੋ ਹੁਣ ਬਣੀ ਜਾਂਦੇ ਗੁਰਦੁਆਰੇ ਵਿੱਚ ਆਈ ਜਾਂਦੇ ਬਹੁਤ। ਹਾਂ, ਕਿਹੜੇ ਕਿਹੜੇ ਗੁਰੂ ਘਰਾਂ 'ਚ ਪਹਿਲੇ ਤੁਸੀਂ ਕਿ ਮਾਗੀ ਤੇ ਹੁੰਦਾ, ਲੋਹੜੀ ਜਿੱਦਾਂ ਹੁੰਦੀ ਆ ਉੱਥੇ ਉੱਥੇ ਬਰਤਨ ਜਾਂਦੇ, ਮੁਕਤਸਰ ਅਨੰਦਪੁਰ ਸਾਹਿਬ ਜਾਂਦੇ ਹੁੰਦੇ ਸੀ ਤੇ ਹਜੂਰ ਸਾਹਿਬ ਜਿਹੜੇ ਬਰਤਨ ਅਸੀਂ ਵੇਖ ਰਹੇ ਹਾਂ ਬਾਹਰ ਵੱਡੇ ਵੱਡੇ ਕੜਾਏ ਪਏ ਹੋਏ ਨੇ, ਤੇ ਇੱਥੇ ਤੁਸੀਂ ਕਿੰਨੇ ਬਰਤਨ ਉੱਥੇ ਹਜੂਰ ਸਾਹਿਬ ਭੇਜੇ ਹੋਏ ਨੇ, ਸ਼੍ਰੀ ਹਜੂਰ ਸਾਹਿਬ? ਹਜ਼ੂਰ ਸਾਹਿਬ 200 ਕੜਾਹ ਤਾਂ ਜੀ ਪਹਿਲਾਂ ਚਲੇਗਾ ਇਕੱਠਾ ਇੱਕ ਵਾਰ। 22 ਸਾਲ ਹੋ ਗਏ, 23 ਸਾਲ। ਆ ਹੁਣ 7 ਕੜਾਹੇ ਦਾ ਹੈ, ਆਏ ਬੋਲੇ ਪਏ ਹੈ, ਉਹ ਬਾਟੇ ਉਹਨਾਂ ਦੇ ਪਏ ਹੈ, ਉਹ 2-3 ਕੁਆਂਟਲ ਐ ਲੈ ਕੇ ਜਾਣੇ। ਹੁਣ ਟਰੱਕ 5-7 ਦਿਨ ਬਾਬੇ ਨੂੰ ਕਹੂੰਗੇ ਵੀ ਲਿਆ, ਤਿਆਰ ਹੈ। ਹੁਣ ਆ ਜਿਹੜਾ ਉੱਥੇ ਜਾ ਕੇ ਬਣਨਾ ਹੈ। ਅੱਛਾ ਜੀ। ਹਾਂ, ਇਹਨੂੰ 3 ਗੇੜ ਉੱਪਰ ਲੱਗਣੇ ਹੋਰ। ਅੱਛਾ ਜੀ। ਇੱਕ ਗੇੜ ਦਾ ਜਿੰਨੀ ਚੌੜੀ ਆ ਪੱਤੀ ਲੱਗੀ ਵੀ 2 ਫੁੱਟ ਦੀ, ਇੱਕ 2 ਫੁੱਟ ਦੀ ਲੱਗਣੀ, 1.5 ਫੁੱਟ ਦੇ ਉੱਪਰ 2 ਹੋਰ ਲੱਗਣੇ, 8.25 ਫੁੱਟ ਡੂੰਘਾ ਕਰਨਾ, ਪੌੜੀ ਵੀ ਲਾਉਣੀ ਹੈ ਗੈਲ। ਇਹ ਜਿਹੜੇ ਫਿਰ ਕੜਾਏ ਤੁਸੀਂ ਵੱਡੇ ਬਣਾਉਣੇ, ਇਹਨੂੰ ਦੇਗੇ ਕਹਿੰਦੇ ਨੇ? ਹਾਂਜੀ, ਦੇਗੇ ਬੋਲਦੇ ਕਿ ਕੜਾਏ ਬੋਲਦੇ? ਕੜਾਹੇ ਬੋਲਦੇ। ਕੜਾਹੇ ਬੋਲਦੇ ਆ। ਜਿਹੜੇ ਕੜਾਏ ਤਿਆਰ ਹੁੰਦੇ ਨੇ ਤਾਂ ਇਹਨਾਂ ਦੀ ਜਿਹੜੀ ਚੌੜਾਈ ਕਿੰਨੀ ਹੈ, ਲੰਬਾਈ ਕਿੰਨੀ ਆ, ਲੋਹਾ ਇਹਨੂੰ ਟੋਟਲ ਕਿੰਨਾ ਲੱਗਾ ਹੈ? ਇਹਨੂੰ ਇੱਕ ਕੜਾਹੇ ਨੂੰ 18 ਕੁਆਂਟਲ ਲੋਹਾ ਲੱਗ ਜੂ। ਅੱਛਾ ਜੀ। 10-12 ਫੁੱਟ ਮੂੰਹ ਬਣਨਾ ਉੱਪਰ ਤੇ, 8.25 ਫੁੱਟ 8 ਫੁੱਟ ਡੂੰਘਾ ਬਣਨਾ। ਅੱਛਾ ਜੀ। ਇਹ ਜਿਹੜੇ ਦੂਏ ਪਏ ਆ 4 ਫੁੱਟ ਡੂੰਘੇ ਆ, 8 ਫੁੱਟ ਮੂੰਹ ਹੈ। ਉਹਨਾਂ ਦਾ 2.5 ਫੁੱਟ ਡੂੰਘੇ ਆ, 5 ਫੁੱਟ ਮੂੰਹ ਹੈ। ਇਹ ਜਿਹੜੇ ਬਾਟੇ ਆ 30 ਇੰਚੀ ਦਾ 35 ਇੰਚੀ ਦਾ ਬਾਟਾ ਬਾਹਰਲਾ ਬਣਾਉਣਾ, ਫਿਰ ਉਹਦੇ ਵਿੱਚ 2-2 ਉਂਗਲ ਘੱਟ ਜਿੰਨੇ ਬਣ ਜਾਣ। 6 ਸੈੱਟ ਬਣਾਏ ਆ। ਅੱਛਾ ਜੀ। 6 ਬਾਲਟੀਆਂ ਬਣਾਈਆਂ ਲੰਗਰ ਵਾਸਤੇ। ਹਾਂਜੀ, ਜਦੋਂ ਤੁਸੀਂ ਇੱਕ 18 ਕੁਇੰਟਲ ਦਾ ਕੜਾਹਾ ਤਿਆਰ ਕੀਤਾ ਤਾਂ ਟੋਟਲ ਸਮਾਂ ਕਿੰਨਾ ਲੱਗਾ ਸੀ ਉਹਨੂੰ? ਉਹ ਆਇਆ ਇਹਨੂੰ ਲੱਗੇ 20 ਕੁ ਦਿਨ ਲੱਗ ਜਾਣਗੇ। ਅੱਛਾ ਜੀ। 8-8 ਦਿਨ ਇਹਨਾਂ ਨੂੰ ਵੀ ਲੱਗੇ। ਇਹ ਜਿਹੜੇ ਬੜੇ ਪਏ 2 8-8 ਦਿਨ, ਇਹਨਾਂ ਨੂੰ ਜਿਹੜੇ ਅੰਦਰ ਪਏ ਆ 5 ਫੁੱਟੇ, ਇਹਨਾਂ ਨੂੰ 4 ਕੁ ਦਿਨ ਲੱਗ ਗਏ ਇੱਕ ਨੂੰ। ਤੇ ਮੈਂ ਇਹ ਦੇਖ ਰਹੀ ਹਾਂ ਇਹ ਬਾਟੇ ਨੂੰ ਜਦੋਂ ਤੁਸੀਂ ਤਿਆਰ ਕਰਦੇ ਹੋ ਹਨਾ, ਇਹਨੂੰ ਟੋਟਲ ਕਿੰਨਾ ਕੁ ਸਮਾਂ ਲੱਗ ਜਾਂਦਾ ਹੈ? 4 ਘੰਟੇ 3 ਘੰਟੇ ਲੱਗ ਜਾਂਦੇ। ਅੱਛਾ, 3 ਘੰਟੇ 'ਚ ਬਣਾ ਦਿੰਦੇ ਹੋ। ਤਾਂ ਫਿਰ ਜੇ ਇੱਕ ਬਰਤਨ ਕਿਸੇ ਨੇ ਲੈ ਕੇ ਜਾਣਾ ਹੋਵੇ ਤਾਂ ਇਹਦੀ ਕੀਮਤ ਕਿੰਨੀ ਕੁ ਹੁੰਦੀ ਹੈ? ਉਹ ਇਹਦੀ ਕੀਮਤ ਹੈ ਜੀ 250। ਸਵਾ 200। ਇਹ ਬਾਟੇ ਜਿਹੜੇ ਬਣਾਉਂਦੇ ਅਸੀਂ, ਇਹ 8 ਕੁ ਬਾਟੇ ਬਣ ਜਾਂਦੇ ਰੋਜ਼, ਇੱਕ ਜਣਾ। ਅੱਧੇ ਕੁ ਪੈਸੇ ਦਾ ਲੋਹਾ ਆ ਜਾਂਦਾ, ਅੱਧੇ ਕੁ ਪੈਸੇ ਸਾਨੂੰ ਬਚ ਜਾਂਦੇ। ਜੀ। ਤੇ ਫਿਰ ਜੇ ਅਸੀਂ ਗੱਲ ਕਰੀਏ ਤਾਂ ਬਹੁਤ ਸਾਰੇ ਤੁਸੀਂ ਥਾਲ ਵੀ ਬਣਾਏ ਨੇ, ਉਹ ਫਿਰ ਥਾਲ ਇੱਕ ਦਿਨ 'ਚ ਕਿੰਨੇ ਥਾਲ ਬਣ ਜਾਂਦੇ ਨੇ? ਥਾਲ ਦਾ ਜੀ 8 ਘੰਟੇ ਬਾਅਦ 5 ਕੁ ਬਣ ਜਾਂਦੇ। 250 ਰੁਪਏ ਦਾ ਵਿਕ ਜਾਂਦਾ ਇੱਕ। ਔਰ ਕੜਾਹੀਆਂ ਇੱਕ ਦਿਨ 'ਚ ਫਿਰ ਤੁਸੀਂ ਕਿੰਨੀਆਂ ਟੋਟਲ ਤਿਆਰ ਕਰਦੇ ਹੋ? ਕੜਾਹੀ ਤਾਂ ਇੱਕ ਦਿਨ ਮਾ 2 ਜਾਂ 3 ਹੁੰਦੀਆਂ। ਕਟਾਈ ਕਰਕੇ ਕਣ ਗੱਲ ਡੂੰਘਾ ਕਰਨਾ ਪੈਂਦਾ ਪਹਿਲਾਂ ਇਹਨਾਂ ਨਾਬਾਂ ਪਰ। ਅੱਛਾ, ਇਹਦੇ ਉੱਪਰ ਤਿਆਰ ਇਹ ਕੀ ਚੀਜ਼ ਹੈ? ਕਣ ਗੱਲ ਕਰਦੇ ਡੂੰਘਾ। ਅੱਛਾ ਜੀ। ਅੱਛਾ, ਤੇ ਡੂੰਘਾ ਕਰਦੇ ਹੋ ਹਾਂ, ਤੁਸੀਂ ਦੋ ਆਦਮੀ। ਇਹਨੂੰ ਕਿਸ ਤਰੀਕੇ ਨਾਲ ਜਿਹੜਾ ਆ ਉਹ ਪਰ ਉਹ ਛੋਟੀ ਹੈ। ਹਾਂਜੀ। ਆਏ ਪਰ ਛੋਟੇ ਬਾਟੇ ਕਰਦੇ ਆ। ਅੱਛਾ, ਇਹਦੇ ਉੱਪਰ। ਹਾਂ, ਠੀਕ ਹੈ। ਇਹਦੇ ਉੱਪਰ ਜਿਹੜਾ ਇਹ ਬਾਟਾ ਤੁਸੀਂ ਤਿਆਰ ਕਰਦੇ ਕਿੰਨਾ ਡੂੰਘਾ ਕਰਨਾ ਹੈ? ਹਾਂ ਜੀ। ਸੋ ਜੇ ਅਸੀਂ ਗੱਲ ਕਰੀਏ ਤਾਂ ਤੁਹਾਡੇ ਇੱਥੇ ਕਾਰਖਾਨੇ ਦੇ ਵਿੱਚ ਕਿਹੜੇ ਕਿਹੜੇ ਬਰਤਨ ਹੁਣ ਤੱਕ ਬਣਾਏ ਜਾ ਚੁੱਕੇ ਨੇ? ਬਰਤਨ ਤਾਂ ਜੀ ਕੜਛੀਆਂ, ਚਮਚੇ, ਗੜਬੇ, ਬਾਟੇ, ਕੜਾਹੀਆਂ, ਸਭ ਸਮਾਨ ਲੋਹੇ ਦਾ ਬਣਦਾ। ਚਮਚੇ, ਕੋਈ ਚੀਜ਼ ਐ ਨਹੀਂ ਵੇਰ ਨਹੀਂ ਬਣਾਉਂਦੇ। ਡਰਮੀਆਂ ਵੀ ਬਣਾ ਦੀਆਂ, ਟਰਾਲੀਆਂ ਵੀ ਬਣਾ ਲੀਆਂ। ਹਾਂ। ਹਾਂ। ਅੱਛਾ ਜੀ। ਫਿਰ ਕਹਿੰਦੇ ਨੇ ਕਿ
ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ, ਤੇ ਆਪਣੇ ਘਰ 'ਚ ਵੀ ਵਰਤਦੇ ਹੋ ਕਿ ਸਿਰਫ ਬਾਹਰਲਿਆਂ ਵਾਸਤੇ ਹੀ ਬਣਾਉਂਦੇ ਆ? ਘਰ ਵੀ ਵਰਤਦੇ ਹਾਂ। ਆਪਣੇ ਕੋਲ ਵੀ ਘਰ 'ਚ ਜਦੋਂ ਇਹ ਵੀ ਕਿਹਾ ਜਾਂਦਾ ਕਿ ਜਦੋਂ ਅਸੀਂ ਕੋਈ ਸਬਜ਼ੀ ਤਿਆਰ ਕਰਦੇ ਹਾਂ ਸਰਬ ਲੋਹ ਦੇ ਭਾਂਡੇ ਦੇ ਵਿੱਚ, ਉਹ ਥੋੜੀ ਕਾਲੀ ਹੋ ਜਾਂਦੀ ਹੈ, ਇਹ ਤਾਂ ਕੀ ਕਰ ਰਹਿੰਦਾ ਹੈ? ਕਾਲੀ ਤਾਂ ਜੀ ਇਹ ਜਦ ਨੂਣ ਪੈਂਦਾ ਹੈ ਫਿਰ ਹੀ ਲੋਹਾ ਖੜਦਾ ਹੈ, ਤਾਂ ਕਾਲੀ ਹੁੰਦੀ ਹੈ। ਜੇ ਨੂਣ ਨਾ ਪਾਓ ਹਾਂ ਫਿਰ ਕਾਲੀ ਨਹੀਂ ਹੋਣੀ, ਹਾਂ ਫਿਰ ਲੋਹੇ ਨੇ ਖੜਨਾ ਨਹੀਂ। ਬਿਲਕੁਲ। ਫਿਰ ਜਿਸ ਤਰੀਕੇ ਨਾਲ ਅਸੀਂ ਇਹਦੀ ਪਾਲਿਸ਼ ਦੀ ਗੱਲ ਕਰੇ, ਬੜੇ ਚਮਕਦਾਰ ਹੈ। ਅਸੀਂ ਆਹ ਬਰਤਨ ਦੇਖ ਰਹੇ ਹਾਂ, ਇਹ ਹਾਲੇ ਬਹੁਤ ਕਾਲਾ ਆ, ਹਨਾ? ਇਹ ਭਾਈ ਇਹ ਹਾਲੇ ਬਣਾਏ ਨਹੀਂ, ਮਾਂਜੇ। ਹਾਂ ਅੱਛਾ, ਇਹਨੂੰ ਤੁਸੀਂ ਮਾਂਜਣਾ ਆ? ਹਾਂ। ਅੱਛਾ, ਜਿੰਨਾ ਜਿੰਨਾ ਮਾਂਜੀ ਜਾਵਾਂਗੇ ਉਹਨਾਂ ਉਹਨਾਂ ਨਿਖਰਦਾ ਜਾਏਗਾ। ਜਦ ਆਪਾਂ ਨੇ ਵਰਤਣਾ ਹੈ, 2-3 ਵੇਲੇ ਰੋਟੀ ਖਾਣੀ ਹੈ, ਚਾਹ ਪੀਣੀ ਹੈ ਜਾਂ ਮਾਂਜਣਾ ਹੈ, ਬਜਰ ਚਿੱਟਾ ਫਿਰ ਚਾਂਦੀ ਵਰਗਾ ਹੋ ਜਾਣਾ, ਚਿੱਟਾ ਐਨ ਚਿੱਟਾ ਹੀ ਰਹਿਣਾ ਹੈ। ਜਿਹੜੀ ਇਹ ਸੁੱਕ ਮਾਂਜ ਰੱਖਣਾ ਹੈ, ਗਿੱਲਾ ਨਹੀਂ ਕਰਨਾ। ਅੱਛਾ ਜੇ ਗਿੱਲਾ ਕਰੋਗੇ ਤਾਂ ਲਾਲ ਹੋ ਜੂ, ਅੱਛਾ ਜੇ ਸੁੱਕਾ ਰੱਖੋਗੇ ਫਿਰ ਲਾਲ ਨਹੀਂ ਹੋਣਾ, ਫਿਰ ਚਿੱਟਾ ਹੀ ਚਮਕਦਾ ਹੋਊਗਾ। ਇਹ ਆ ਜੀ। ਤੇ ਇਹਨੂੰ ਪਾਣੀ ਨਾਲ ਧੋਣਾ ਵੀ ਨਹੀਂ ਹੈ? ਹਾਂਜੀ। ਧੋਣਾ ਵੀ ਪਾਣੀ ਨਾਲ ਨਹੀਂ ਹੈ? ਧੋ ਕੇ ਜਣੀ ਸੁਕਾ ਕੇ ਰੱਖਣਾ ਹੈ। ਸੁਕਾ ਕੇ ਰੱਖਣਾ। ਹਾਂ। ਠੀਕ ਹੈ। ਤੇ ਅਸੀਂ ਆਮ ਤੌਰ ਤੇ ਜਿਹੜੇ ਸਟੀਲ ਦੇ ਬਰਤਨ ਮਾਂਜਣੇ ਹੋ, ਭਾਈ ਹਾਂ ਬਿਲਕੁਲ, ਹਾਂਜੀ, ਹਾਂ। ਅਸੀਂ ਸਟੀਲ ਦੇ ਭਾਂਡੇ ਮਾਂਜਣੇ ਹੋਣ ਤਾਂ ਅਸੀਂ ਵਿਮ ਬਾਰ, ਬੜੇ ਭਾਂਡੇ ਮਾਂਜਣ ਵਾਲਾ ਜਿਹੜਾ ਸਾਬਣ ਹੁੰਦਾ ਸੀ ਉਹ ਲੈ ਕੇ ਆਉਂਦੇ ਹਨਾ, ਜਾਂ ਸਰਫ ਨਾਲ ਕਈ ਲੋਕ ਮਾਂਜਦੇ ਨੇ, ਪਰ ਇਹਨੂੰ ਮਾਂਜਣ ਲਈ ਸਵਾਹ ਦੀ ਲੋੜ ਪੈਂਦੀ ਹੈ। ਸਵਾਹ ਯਾਰ ਰੇਤਾ, ਹੋਰ ਕੋਈ ਨਹੀਂ ਲੋੜ ਨਹੀਂ। ਹੂੰ ਜਾਣੀ ਸੁੱਕਾ ਰੱਖਣਾ ਹੈ ਰਾਤ ਨੂੰ, ਜਦ ਦਿਨ ਮਾ ਦਾ ਧੋ ਤਾ ਕੇ ਰੱਖ ਲਓ, ਜਾਂ ਰਾਤ ਨੂੰ ਰੱਖਣਾ ਹੈ, ਫਿਰ ਸੁੱਕਾ ਰੱਖਣਾ। ਕਿਹਾ ਜਾਂਦਾ ਕਿ ਜਿਹੜੇ ਜਿਹੜੇ ਲੋਕ ਸਰਬ ਲੋਹ ਦੀ ਵਰਤੋਂ ਕਰਦੇ ਨੇ ਹਨਾ, ਭਾਂਡਿਆਂ ਦੀ ਵਰਤੋਂ ਕਰਦੇ ਨੇ, ਉਹਨਾਂ ਨੂੰ ਕਦੇ ਕੋਈ ਬਿਮਾਰੀ ਨਹੀਂ ਲੱਗਦੀ ਆ। ਤੇ ਮੈਂ ਚਾਹਾਂਗੀ ਕਿ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਕਿਹੜੀਆਂ ਬਿਮਾਰੀਆਂ ਇਹ ਲੋਹਾ ਜਿਹੜਾ ਆ ਸਰੀਰ ਤੋਂ ਕੱਟਦਾ ਹੈਗਾ ਆ? ਇਹ ਦੇਖੋ, ਬਲੱਡ ਪ੍ਰੈਸ਼ਰ ਵੀ ਨਹੀਂ ਹੁੰਦਾ, ਸ਼ੂਗਰ ਵੀ ਨਹੀਂ ਹੁੰਦਾ, ਹੋਰ ਕੋਈ ਮਰਜ਼ ਨਹੀਂ ਹੁੰਦੀ ਹੈ। ਕਿਆ ਤੁਸੀਂ ਵੀ ਇੱਕ ਵਾਰੀ ਬਿਮਾਰ ਹੋਏ ਸੀਗੇ ਤੇ ਤੁਸੀਂ ਵੀ ਇਸੇ ਬਰਤਨ ਤੋਂ ਹੀ ਠੀਕ ਹੋਏ ਹੋ? ਮੈਂ ਆਹੀ ਬਰਤਨ ਮੈਂ ਖਾਂਦਾ ਤਾ, ਉਹਨਾਂ ਨੇ ਕਿਹਾ ਵੀ ਇੱਕ ਚੌਲ ਨਹੀਂ ਖਾਣੇ, ਇੱਕ ਕੜੀ ਨਹੀਂ ਖਾਣੀ, ਮਾਹਾਂ ਦੀ ਦਾਲ ਨਹੀਂ ਖਾਣੀ, ਬਾਪੇ ਠੀਕ ਹੋ ਗਏ। ਉਹ ਬਾਬੇ ਨੇ ਹਜ਼ੂਰ ਸਾਹਿਬ ਵਾਲੇ ਨੂੰ ਮੈਂ ਕਿਹਾ ਵੀ ਮੁੰਡੇ ਨੇ ਕਿਹਾ ਵੀ ਆਹ ਗੱਲ ਦਾ ਦੌਰਾ ਪੈ ਗਿਆ, ਕਹਿੰਦਾ ਕੋਈ ਫਿਕਰ ਨਾ ਕਰੋ, ਵੀ ਗੁਰਦੁਆਰੇ ਮੈਂ ਅਰਦਾਸ ਕਰਾਇਓ, ਸਭ ਠੀਕ ਹੋ ਜਾਣਾ। ਠੀਕ ਹੋ ਗਿਆ ਜੀ। ਆ ਫਿਰ ਮੇਰੀ ਲੱਤ ਟੁੱਟ ਗਈ ਸੀ। ਅੱਛਾ ਜੀ। ਆ ਬਾਬਾ ਆ ਗਿਆ ਦੂਏ ਦਿਨ ਕੜਾਹੇ ਲੈਣ, ਮੈਨੂੰ ਕਹਿੰਦਾ ਨਛੱਤਰ ਸਿੰਘ ਕਾਹਦੇ ਬੈਠਾ ਹੈ? ਮੈਂ ਕਿਹਾ ਜੀ ਐ ਹੋਈ ਗੱਲ, ਕਹਿੰਦਾ ਸ਼ਰਾਬ ਪੀ ਲਈ ਹੋਣੀ ਹੈ। ਮੈਂ ਕਿਹਾ ਜੀ ਨਾ, ਪੀਤੀ ਨਹੀਂ, ਜਿੱਦੇ ਤੁਸੀਂ ਕਹਿ ਗਏ ਮੁੜ ਕੇ ਹੱਥ ਨਹੀਂ ਲਾਇਆ। ਬਾਜੀ ਫਿਰ ਕਹਿੰਦਾ ਹਜ਼ੂਰ ਸਾਹਿਬ ਨੂੰ ਆ ਜੀ, ਸਾਡੇ 50 ਕੜਾਹੇ 'ਚ ਬਣਾਏ ਵੇ, 3 ਫੁੱਟ ਮੂੰਹ, 1 ਫੁੱਟ ਡੂੰਘੇ ਪਤੌੜ ਪਕਾਉਣੇ ਵਾਲੇ, ਵੀ ਤੇਲ ਦੂਰ ਥਾਈ ਹੋਵੇ, ਵੀ ਉਹ ਬਣਾਉਣੇ ਹੈ ਨਾ। ਉਹ ਲਈ ਉੱਥੇ ਜਾ ਕੇ ਖੁਰਚਣੇ ਬਣਾਉਣੇ ਹੈ, 50 ਖੁਰਚਣੇ ਬਣਾਉਣੇ, 14 ਕਿਲੋ ਦਾ ਇੱਕ ਖੁਰਚਣਾ ਬਣਿਆ ਜੀ। ਫਿਰ 7 ਤੀਏ ਕਿ ਦਿਨ ਉਹ ਚਲੇ ਗਏ, ਮੈਨੂੰ ਕਹਿੰਦੇ ਵੀ ਰੇਲਵੇ ਬਹਿ ਕੇ ਆ ਜਾਣਾ, ਕੋਈ ਨਾ ਤੂੰ ਆ ਜੀ। ਚੱਲ ਜੀ, ਅਸੀਂ ਚਲੇ ਗਏ, ਮੁੰਡਾ ਵੀ ਗੈਲ, ਸਾਰਾ ਕੋੜਮਾ ਗੈਲ ਗਿਆ, ਨਿਆਣੇ ਵੀ, ਪੋਤੀਆਂ ਵੀ ਗਈਆਂ, ਘਰ ਦੇ ਵੀ ਗਏ। ਫਿਰ ਬਾਬਾ ਕਹਿੰਦਾ, ਤੀਏ ਦਿਨ ਬਾਬਾ ਚਲੇ ਗਿਆ 7, ਬਾਬਾ ਕਹਿੰਦਾ ਵੀ ਖੜਾ ਹੋ ਜਾ। ਮੈਂ ਲੋਹਾ ਕੁੱਟਦਾ ਤਾ, ਮੁੰਡਾ ਵੱਢਦਾ ਤਾ ਬੈਠਾ, ਮੈਂ ਉੱਚੇ ਤੋਂ ਬੈਠਾ ਕੁੱਟਦਾ ਤਾ ਲੱਤਨ ਥਾਲ ਕੇ। ਬਾਬਾ ਕਹਿੰਦਾ ਖੜਾ ਹੋ ਜਾ। ਮੈਂ ਕਿਹਾ ਸੋਟੀ ਬਿਨਾਂ ਖੜਾ ਨਹੀਂ ਹੋਣਾ। ਕਹਿੰਦਾ ਸੋਟੀ ਦੇ ਗੇਟ ਦੇ ਪਰੇ ਸੋਟੀ ਨਹੀਂ ਲੈਣੀ। ਬਾਜੀ ਮੈਂ ਕਿਹਾ ਵੀ ਤੇ ਬਾਬੇ ਦਾ ਬਚਨ ਹੈ, ਚੱਲ ਦੇਖੀ ਜਾਊਗੀ। ਖੜਾ ਹੋ ਗਿਆ ਜੀ। ਅੱਛਾ। ਕਹਿੰਦਾ ਆ ਜਾ ਸਾਡੇ ਕੰਨੀ ਨੂੰ, ਉਹ ਪੱਖੇ ਜਿੰਨੀ ਦੂਰ ਖੜਾ ਤਾ। ਮੈਂ ਕਿਹਾ ਜੀ ਤੁਰ ਨਹੀਂ ਹੋਣਾ। ਕਹਿੰਦਾ ਵੀ ਨਹੀਂ ਸੋਟੀ ਨਹੀਂ ਲੈਣੀ, ਤੂੰ ਆ ਜਾ ਸਾਡੇ ਕੰਨੀ। ਲੱਤ ਮਿੰਟ ਮਾ ਰਾਜੀ ਹੋ ਗਈ। ਅੱਛਾ। ਫਿਰ ਉੱਥੇ 50 ਖੁਰਚਣੇ ਬਣਾਏ ਜੀ, 14 ਕਿਲੋ ਦਾ। 8 ਫੁੱਟ ਡੰਡਾ ਲਾਇਆ, ਪਾਈਪ, 14 ਕਿਲੋ ਦਾ ਇੱਕ ਖੁਰਚਣਾ ਹੋਇਆ। ਬਾਜੀ 50 ਬਣਾਤੇ। ਮੈਂ ਕਿਹਾ ਫਿਰ ਹੋਰ ਜੀ। ਫਿਰ ਪਹਿਲਾਂ ਕੜਾਹੇ 'ਤੇ 12 ਫੁੱਟੇ ਵੇ, ਮੇਰੇ ਘਰ ਵਾਲੀ ਗਏ 2 ਜਣੇ ਸਭ ਤੋਂ ਪਹਿਲਾਂ ਵੀ ਨਛੱਤਰ ਸਿੰਘ ਕੜਾਹਾ ਵਸਾਰ ਦੂੰਗਾ। ਮੈਂ ਕਿਹਾ ਜੀ ਹਾਂ ਲਿਆਓ।
ਲਿਆਇਆ 6 ਫੁੱਟ ਮੂੰਹ ਤਾਂ ਕੜਾਹਾ ਸਵਾਰਤਾ ਜੀ 2 ਦਿਨ ਮਾ 2 ਦਿਨ ਚ ਥੱਲਾ ਲਾਤਾ 28 ਇੰਚੀ ਥੱਲਾ ਵੱਢਣ। ਹੂੰ ਉਹ ਮੈਨੂੰ ਕਹਿੰਦੇ ਵੀ ਤੂੰ ਕਿੱਥੇ ਦਾ ਲੁਕਿਆ ਵਾ, ਹੋਰ ਬਾਬੇ ਕਹਿੰਦੇ ਜਿੰਨੇ ਦਿੱਥੇ ਬੈਠੇ ਸੀ, ਕਹਿੰਦੇ ਅਸੀਂ ਇੱਕ ਕੜਾਹੀ ਨੂੰ ਥੱਲਾ ਲਵਾਇਆ ਐਂ ਰੱਖਤਾ ਉਂਗਲ ਵਿੱਚ। ਮੈਂ ਕਿਹਾ ਆ ਵੀ ਹੋ ਜੂਗੀ ਠੀਕ। ਫਿਰ 12 ਕੜਾਹੇ ਫੁੱਟੇ ਵੇ ਤੇ 12 ਹੀ ਸਵਾਰਤੇ। ਅੱਛਾ ਜੀ। ਮਹੀਨਾ ਲੱਗਿਆ। ਹਾਂ ਫਿਰ ਕਹਿੰਦੇ ਵੀ ਹੁਣ ਆਹ ਕੜਾਹੀ ਸਵਾਰ ਰਹਾ। ਮੈਂ ਕਿਹਾ ਜੀ ਕੜਾਹੀ ਨੂੰ ਲੋਹਾ ਨਹੀਂ ਹੈ। ਉੱਥੇ ਹਜ਼ੂਰ ਸਾਹਿਬ ਲੋਹਾ ਮੁੱਕ ਗਿਆ ਤਾ। ਕਹਿੰਦਾ ਵੀ 1 ਲੋਹਾ ਲਿਆਉਣਾ ਹੈ, ਤੂੰ ਉਰੇ ਤੇ ਲਿਆ। ਮੇਰੇ ਗੱਲ ਤੇ ਤਾਂ ਗੱਡੀ ਵਾਲਾ ਬਾਬੇ ਨੇ ਪੈਸੇ ਦੇ ਕੇ ਉਰੇ 14 ਰੁਪਏ ਕਿਲੋ ਲੋਹਾ ਆਇਆ, ਉੱਥੇ 28 ਰੁਪਏ ਦਿੱਤਾ ਉਹਨੇ। ਅੱਛਾ। ਮੈਂ ਕਿਹਾ ਬਾਬਾ ਜੀ 28 ਰੁਪਏ ਦਿੰਦੇ। ਕਹਿੰਦਾ ਵੀ ਅਸੀਂ ਤਾਂ ਸਮਾਨ ਸਭ ਲੁਧਿਆਣੇ ਤੇ ਲਿਆਉਂਦੇ, ਜਿੰਨਾ ਪੈਪ ਪੂਪ ਲੋਹਾ ਚਾਦਰਾਂ ਸਭ ਕੁਝ ਲਿਆਉਂਦੇ। ਚਾਹੇ ਇੱਕ ਥੱਲਾ ਲੈਣਾ ਤੂੰ ਲੈ ਲੈ। ਫਿਰ ਮੈਂ ਲਿਆ ਜੀ ਥੱਲਾ। ਫਿਰ 3 ਦਿਨ ਮਾ ਲੱਗਿਆ ਉਹ ਮੂਹਰੇ ਬਾਹਰ ਆ ਗਿਆ। ਉਹ ਗੈਸ ਕਟਰ ਮੁੱਕ ਗਿਆ, ਗੈਸ ਮੁੱਕ ਗਿਆ। ਸੋਮਵਾਰ ਨੂੰ ਗੈਸ ਮਿਲਿਆ। ਫਿਰ ਮੰਗਲਵਾਰ ਬੁੱਧਵਾਰ ਨੂੰ ਥੱਲਾ ਲਾਇਆ। ਉਹ ਫਿਰ ਬਾਬਾ ਕਹਿੰਦਾ ਵੀ ਹੁਣ ਤੂੰ 4 ਦਿਨ ਨਹੀਂ ਜਾਣ ਦੇਣਾ ਹੋਰ। ਮੈਂ ਕਿਹਾ ਜੀ ਹੁਣ ਕਿਆ ਕਰਨਾ, ਕੰਮ ਹੈ ਕੋਈ ਕਰਾ ਲਓ। ਕਹਿੰਦਾ ਨਹੀਂ ਹੁਣ ਸਾਰੇ ਗੁਰਦੁਆਰੇ ਦੇਖ ਕੇ ਆ। ਦਰਸ਼ਨ ਮੇਲਾ ਕਰਿਆ ਫਿਰ ਸਾਰਿਆਂ ਦਾ ਜਾ ਕੇ। ਫਿਰ ਬਾਬਾ ਕਹਿੰਦਾ ਵੀ ਟਿਕਟ ਲਿਆ ਤਾ। ਮੈਂ ਕਿਹਾ ਜੀ 9 ਵੱਜ ਗਏ, ਗੱਡੀ ਤੁਰਨੇ ਵਾਲੀ। ਕਹਿੰਦਾ ਕੋਈ ਨਾ ਗੱਡੀ ਤੁਰ ਨਹੀਂ ਸਕਦੀ, ਘਬਰਾ ਨਾ। ਮੈਨੂੰ ਬਿਠਾ ਲਿਆ ਆਪਣੀ ਗੱਡੀ ਵਿੱਚ, ਨਾਲੇ ਇਹਨਾਂ ਨੂੰ। ਗੱਡੀ ਖੜੀ ਹੈ ਤਿਆਰ। ਸਾਡੇ ਗਏ ਤੇ ਬੈਠੇ ਦੇ ਵਿੱਚ। ਬਾਬਾ ਕਹਿੰਦਾ ਵੀ ਇੱਥੇ ਬੈਠੋ, ਕੋਈ ਹਿਲਾ ਨਹੀਂ ਸਕਦਾ ਉਹਦੇ 'ਤੇ। ਬਸ ਅਸੀਂ ਬੈਠ ਗਏ, ਬਸ ਗੱਡੀ ਤੁਰ ਪਈ। ਫਿਰ ਬਾਬਾ ਕਹਿੰਦਾ ਵੀ ਕੋਈ ਨਹੀਂ। ਬਿਲਕੁਲ। ਮੈਂ ਜੇ ਦੇਖਾਂ ਤੁਹਾਡੇ ਬਾਂਹ 'ਤੇ ਵੀ ਰੋਡ ਪਈ ਹੋਈ ਆ, ਹੈ ਨਾ। ਤੁਹਾਡੇ ਮੈਂ ਜ਼ਰੂਰ ਦਿਖਾਵਾਂਗੀ। ਦੇਖੋ ਬਾਂਹ 'ਚ ਰੋਡ ਜਿਹੜੀ ਹੈ ਦਿਖਣੀ ਵੀ ਸ਼ੁਰੂ ਹੋ ਗਈ ਹੈ, ਬਾਹਰ ਆਉਣੀ ਸ਼ੁਰੂ ਹੋ ਗਈ ਹੈ ਨਾ। ਅਤੇ ਪਰ ਬਾਪੂ ਦੀ ਹਿੰਮਤ ਦੇਖੋ ਕਿ ਬਾਂਹ ਟੁੱਟੀ ਹੋਣ ਤੋਂ ਬਾਵਜੂਦ ਰੋਡ ਪਈ ਆ, ਪਰ ਲੋਹਾ ਇੰਨਾ ਕੁੱਟਦੇ ਨੇ। ਜਿੰਨੇ ਸਾਰੇ ਤੁਹਾਨੂੰ ਕਾਰਖਾਨੇ 'ਚ ਬਰਤਨ ਮਿਲਣਗੇ ਇਹ ਬਾਪੂ ਜੀ ਦੇ ਵੱਲੋਂ ਤਿਆਰ। ਕੁਛ ਬਰਤਨ ਜੋ ਮੇਰੇ ਅੱਗੇ ਵੀ ਪਏ ਹੋਏ ਨੇ, ਇਹ ਸਾਰੇ ਬਰਤਨ ਬਾਪੂ ਨਛੱਤਰ ਸਿੰਘ ਹੋਣਾ ਨੇ ਤਿਆਰ ਕੀਤੇ ਨੇ। ਅਤੇ ਤੁਹਾਡੀ ਬਾਂਹ ਫਿਰ ਕਦੇ ਦੁਖੀ ਨਹੀਂ ਇੱਦਾਂ? ਨਾ ਨਾ, ਕੋਈ ਬਾਂਹ ਤੇ ਕੋਈ ਤਕਲੀਫ ਨਹੀਂ ਹੋਈ ਜੀ। ਹਾਂ ਨਾ ਠੀਕ ਹੈ ਭਾਈ। 7ਵੇਂ ਪਾਤਸ਼ਾਹ ਨੇ ਇੰਨਾ ਵੱਡਾ ਵਰ ਦਿੱਤਾ ਪਿੰਡ ਨੂੰ, ਹੈ ਨਾ। ਹਾਂ ਉਹਨਾਂ ਦੀ ਕਿਰਪਾ ਹੈ। ਉਹਨਾਂ ਨਾਲੇ ਚੱਲਦੀ ਹੈ ਗੱਡੀ, ਉਹਨਾਂ ਨਾਲੇ ਸਮਾਨ ਵਿਕੀ ਜਾਂਦਾ। ਕੋਈ ਤੋੜਾ ਨਹੀਂ ਹੈ ਭਾਈ। ਦੇਖੋ ਰੱਜਣਾ ਤਾਂ ਕਿਸੇ ਨੇ ਹੈ ਨਹੀਂ। ਹਾਂ ਪਰ ਕਿਸੇ ਚੀਜ਼ ਦਾ ਤੋੜਾ ਨਹੀਂ। ਕਰਮਾ ਗੱਡੀ ਵੀ ਹੈ ਕੋਲ, ਮੋਟਰਸਾਈਕਲ ਵੀ ਕੋਲ ਹੈ ਮੁੰਡੇ ਕੋਲ। ਇੱਕ ਸਕੂਟਰ ਵੀ ਹੈਗਾ, ਉਹ ਵੀ ਪਹਿਲਾਂ ਪਿਆ। 6-7 ਸਾਰੇ ਕੂਲਰ ਹੈ ਪਏ। ਸੋਹਣਾ ਰੱਜਵਾਂ ਪਰਿਵਾਰ ਹੈ ਤੁਹਾਡਾ। ਤੇ ਇਹ ਗੱਲ ਕਰਾਂਗੇ ਕਿ ਜਦੋਂ ਇੱਥੇ ਪਿੰਡ 'ਚ ਗੁਰਦੁਆਰਾ ਸਾਹਿਬ ਵੀ ਮੌਜੂਦ ਹੈ, 7ਵੇਂ ਪਾਤਸ਼ਾਹ ਦਾ ਬਣਿਆ ਹੋਇਆ ਹੈ। ਇੱਥੇ 2 ਪਾਤਸ਼ਾਹੀਆਂ ਦਾ ਆਉਣਾ ਹੋਇਆ ਸੀ। 9ਵੇਂ ਪਾਤਸ਼ਾਹ ਵੀ ਕਹਿੰਦੇ ਇੱਥੇ ਆਏ ਸੀਗੇ। ਹਾਂ 9ਵੇਂ ਪਾਤਸ਼ਾਹੀ ਵੀ ਉਹ ਅੱਡੇ ਦੇ ਪਰਲੇ ਪਾਸੇ ਗੁਰਦੁਆਰਾ। 7ਵੀਂ ਪਾਤਸ਼ਾਹੀ ਦੀ ਪਿੰਡ ਦੇ ਵਿੱਚ ਹੈ। ਇੱਕ 9ਵੀਂ ਇੱਕ ਬਾਬੇ ਨੰਦ ਲਾਲ ਦਾ ਗੁਰਦੁਆਰਾ ਵੀ ਪਿੰਡ 'ਚ ਹੈ। ਅੱਛਾ ਜੀ। ਹਾਂਜੀ ਉਹ ਵੀ ਬਹੁਤ ਕਿਹੜਾ ਆਦਮੀ ਹੈ। ਸੋ ਤੁਸੀਂ ਤੁਹਾਡੇ ਬੱਚੇ ਵੀ ਇੱਥੇ ਇਹੀ ਕੰਮ ਕਰਦੇ ਨੇ, ਜਾਂ ਫਿਰ ਉਹ ਫਿਰ ਇਹਦੇ ਵਿੱਚ ਦਿਲਚਸਪੀ ਨਹੀਂ ਦਿਖਾਉਂਦੇ ਹੈਗੇ? ਸਭ ਐਸੀ ਕੰਮ ਕਰਦੇ ਆ, ਕੰਮ ਤਿੰਨੇ। ਮੁੰਡਾ ਵੀ ਪੋਤਾ ਵੀ ਆਹੀ ਕੰਮ ਕਰਦਾ। ਮੈਂ ਇੱਕ ਹੋਰ ਖਾਸ ਗੱਲ ਜ਼ਰੂਰ ਕਹਿਣਾ ਚਾਹੂੰਗੀ ਕਿ ਬਾਪੂ ਜੀ ਹੋਣੀ ਤੁਹਾਨੂੰ ਵੇਖ ਕੇ ਐਂ ਲੱਗਦਾ ਹੈ ਕਿ ਗੁਰਸਿੱਖ ਪਰਿਵਾਰ 'ਚੋਂ ਨੇ, ਔਰ ਸ਼ਾਇਦ ਇਹ ਸ਼ੁਰੂ ਤੋਂ ਹੀ ਜਿਹੜੀ ਹੈ ਗੁਰਸਿੱਖੀ ਦੇ ਵਿੱਚ ਇਹਨਾਂ ਨੇ ਜਨਮ ਲਿਆ ਹੋਵੇਗਾ। ਇਹ ਅਜਿਹਾ ਬਿਲਕੁਲ ਨਹੀਂ ਹੈ। ਬਾਪੂ ਦੀ ਜਿਹੜੀ ਪਹਿਲੀ ਪੀੜ੍ਹੀ ਦੂਜੀ ਪੀੜ੍ਹੀ ਹੈ ਇਹ ਹਿੰਦੂ ਧਰਮ ਦੇ ਵਿੱਚੋਂ ਨੇ, ਹਿੰਦੂ ਪਰਿਵਾਰ ਦੇ ਵਿੱਚੋਂ ਨੇ। ਔਰ ਗੁਰੂ ਪਾਤਸ਼ਾਹ ਨੇ ਐਸੀ ਬਖਸ਼ਿਸ਼ ਕੀਤੀ ਹੈ ਇਸ ਪਿੰਡ ਦੇ ਵਿੱਚ, ਜਦੋਂ ਵਰ ਦਿੱਤਾ ਕਿ ਇਸ ਪਿੰਡ 'ਚ ਜਿਹੜੇ ਸਰਬਲੋਹ ਦੇ ਬਰਤਨ ਬਣਾਉਣਗੇ, ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਜਿਹੜੇ ਇਹ ਬਰਤਨ ਨੇ ਉਹ ਚਾਂਦੀ ਦੇ, ਸੋਨੇ ਦੇ ਭਾਅ ਜਿਹੜੇ ਆ ਉਹ ਵਿਕਿਆ ਕਰਨਗੇ। ਅਤੇ ਬਚਨ ਬਿਲਾਸ ਗੁਰੂ ਪਾਤਸ਼ਾਹ ਦਾ ਹੋਇਆ ਸੀ ਅਤੇ ਟਲ ਕਿਵੇਂ ਸਕਦਾ ਸੀ? ਔਰ ਐਡੀ ਬਖਸ਼ਿਸ਼ ਜਿੱਥੇ ਇਸ ਪਿੰਡ ਦੇ ਵਿੱਚ ਹੋਈ ਹੈ, ਬਹੁਤ ਵੱਡਾ ਪਿੰਡ ਹੈ, ਔਰ ਦੂਸਰੇ ਪਾਸੇ ਇਸ ਪਰਿਵਾਰ ਦੇ ਉੱਪਰ ਬੜੀ ਵੱਡੀ ਬਖਸ਼ਿਸ਼ ਹੈ। ਫਿਰ ਤੁਸੀਂ ਗੁਰਸਿੱਖੀ ਦੇ ਵਿੱਚ ਕਿਵੇਂ ਆਉਂਦੇ ਹੋ? ਅਸੀਂ ਤਾਂ ਜੀ ਕੋਈ ਉਰਾ ਪਰਾ ਨਹੀਂ ਖਾਂਦੇ। ਮੁੰਡਾ ਵੀ ਰੱਖਿਆ ਵਾ ਕੇਸ, ਪੋਤੇ ਨੇ ਵੀ, ਪੜੋਤਿਆਂ ਨੇ ਵੀ। ਕੋਈ ਇਹੋ ਜਿਹੀ ਬਿਮਾਰੀ ਨਹੀਂ ਹੈ। ਸਭ ਸਿੱਖ ਹੈ।
ਇਹ ਆਪਣੇ ਹੀ ਵੰਡੇ ਹੋਏ ਆ, ਅਸੀਂ ਆਪਣੇ ਆਪ 'ਚ ਹੀ ਕਹਿ ਦਿੰਨੇ ਆ ਕਿ ਜਾਤਾਂ ਪਾਤਾਂ ਦਾ ਹਨਾ ਪਰ ਜਿਹੜੇ ਨਹੀਂ ਸੋਚਦੇ ਉਹਨਾਂ ਦੀ ਸੋਚ ਬਹੁਤ ਵੱਡੀ ਹੈ। ਪਰਮਾਤਮਾ ਨੇ ਖੁਦ ਜਿਹੜੇ ਆਪ ਬਖਸ਼ੇ, ਕਿਉਂਕਿ ਦਸਮ ਪਾਤਸ਼ਾਹ ਨੇ ਕਿਹਾ ਕਿ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ। ਸੋ ਤੁਸੀਂ ਜਦੋਂ ਇੱਥੇ ਬੜੇ ਸਾਲਾਂ ਤੋਂ ਕੰਮ ਕਰ ਰਹੇ ਆ, ਬਹੁਤ ਸਾਰੇ ਲੋਕ ਜਦੋਂ ਬਰਤਨ ਲੈਣ ਤੁਹਾਡੇ ਤੋਂ ਆਉਂਦੇ ਆ ਤਾਂ ਕੁਝ ਗੁਣ ਵੀ ਦੱਸਦੇ ਹੁੰਦੇ ਉਹਨਾਂ ਨੂੰ? ਹਾਂਜੀ, ਉਹਨਾਂ ਨੂੰ ਕੋਈ ਗੁਣ ਵੀ ਦੱਸਦੇ ਹੁੰਦੇ ਆ ਕਿ ਆ ਇਸ ਤਰੀਕੇ ਨਾਲ ਵਰਤਣਾ ਭਾਂਡਾ, ਇਹਨੂੰ ਐਵੇਂ ਨਹੀਂ ਵਰਤਣਾਗਾ, ਇਹਨੂੰ ਕਿੱਥੇ ਰੱਖਣਾ, ਕਿੰਨਾ ਇਹਦੇ 'ਚ ਕੀ ਚੀਜ਼ ਹੋਣੀ ਚਾਹੀਦੀ, ਜਿਹੜੀ ਚੀਜ਼ 'ਚ ਪਾ ਸਕਦੇ ਆ? ਕੋਈ ਚੀਜ਼ ਪਾਓ ਜੀ, ਮਤਲਬ ਦਾਲ ਸਬਜ਼ੀ, ਦੁੱਧ ਵੀ, ਚਾਹ ਵੀ ਬਣਾਉਂਦੇ ਆ, ਉਹਨਾਂ ਨਾ ਸਾਗ ਵੀ ਬਣਦਾ, ਦੁੱਧ ਵੀ ਬਣਦਾ, ਦੁੱਧ ਵਾਲੀਆਂ ਤੇ ਦੌੜੀਆਂ ਵੀ ਬਣਾਉਂਦੇ ਆ। ਇੱਕ ਪਈ ਹੈ ਜੀ, 2 ਮੈਸਾਂ ਦੁੱਧ ਤਿਆਰ ਹੁੰਦਾ, ਸੁੱਤਾ ਕਰਦੇ ਸਾਰਾ ਦਿਨ ਹਾਰੇ ਮਾ ਕੜੀ ਜਾਂਦਾ। ਅੱਗੇ ਤਾਂ ਹਾਰੇ ਤੇ ਬੀਬੀ, ਹੁਣ ਤਾਂ ਤੁਹਾਨੂੰ ਪਤਾ ਨਹੀਂ ਹਾਰੇ ਦਾ। ਹਾਂਜੀ, ਪਤਾ ਮੈਨੂੰ ਹਾਰਾ ਕੀ ਹੁੰਦਾ ਹੈ। ਹਾਂਜੀ ਹਾਂ, ਉਹਦਾ ਦੁੱਧ ਸਾਰਾ ਦਿਨ ਕੜੀ ਜਾਂਦਾ, ਫਿਰ ਸਾਂਝ ਨੂੰ ਜਮਾ ਕੇ ਫਿਰ ਦੂਏ ਦਿਨ ਰਿੜਕਦੇ ਆ। ਬਿਲਕੁਲ। ਸੋ ਤੁਹਾਡੀ 80 ਸਾਲ ਦੀ ਉਮਰ ਹੋ ਗਈ ਹੈ। ਮੈਂ ਜਦੋਂ ਆਈ ਸੀ ਤੁਸੀਂ ਨਾ ਥਾਲ ਬਣਾ ਰਹੇ ਸੀ, ਉਹ ਕਿੰਨੇ ਸਾਰੇ ਥਾਲ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗੇ। ਆ ਬਾਪੂ ਜੀ ਨੇ ਸਾਡੇ ਹੁੰਦੇ ਬੈਠੇ ਬਣਾਤੇ। ਜਦੋਂ ਤੁਸੀਂ ਥਾਲ ਬਣਾਉਣ ਡੇ ਸੀ ਉਦੋਂ ਮੈਂ ਵੇਖਿਆ ਖੜਕਾ ਬੜਾ ਜ਼ੋਰ ਦੀ ਹੁੰਦਾ ਹੈ, ਕੰਨਾਂ 'ਚ ਸਾਡੇ ਆਵਾਜ਼ ਬਹੁਤ ਤੇਜ਼ ਪੈਂਦੀ ਆ, ਪਰ ਤੁਸੀਂ ਬਿਲਕੁਲ ਲਾਗੇ ਬੈਠੇ ਹੋ। ਕਦੇ ਕੰਨਾਂ ਨੂੰ ਨਹੀਂ ਕਦੀ ਹੋਇਆ ਸ਼ੋਰ ਬੜਾ ਪੈ ਰਿਹਾ ਜਾਂ ਕੁਛ ਇਦਾਂ? ਨਾ, ਕੋਈ ਗੱਲ ਨਹੀਂ ਹੁੰਦੀ ਕੰਨਾਂ 'ਚ। ਹਾਂ, ਹੁਣ ਦੇਖੋ ਆ ਉਹਦੇ ਤੇ 2 ਮੀਲ ਪਿੰਡ ਲਹਿਰਾ, ਉਹ ਸਾਡੇ ਇੱਥੇ ਤੇ ਗਏ ਵੇ। ਉਹ ਕਹਿੰਦਾ ਵੀ ਜਦ ਤੁਸੀਂ ਤੜਕੇ ਨੂੰ ਉਰੇ ਕੰਮ ਕਰਦੇ ਤੇ ਕਣਕ ਦਾ, ਸਾਡੇ ਪਿੰਡ ਆਵਾਜ਼ ਆਇਆ ਹੁੰਦੀ ਵੀ ਇੱਥੇ ਹੀ ਲੱਗੇ ਵੇ। ਅੱਛਾ, 2 ਮੀਲ ਪਰ ਸ਼ਾਂਤੀ ਹੁੰਦੀ ਹੈ। ਹਾਂ। ਕਿੰਨੇ ਵਜੇ ਸਵੇਰੇ ਆਉਣੇ ਹੋ ਤੇ ਕਿੰਨੇ ਵਜੇ ਘਰ ਨੂੰ ਜਾਂਦੇ ਹੋ? 7 ਵਜੇ ਆ ਜਾਣਾ, ਬਸ 7 ਵਜੇ ਚਲੇ ਜਾਣਾ। ਹਨੇਰਾ ਹੋਈ, ਜੇ ਕੰਮ ਜ਼ਿਆਦਾ ਮਾੜਾ ਮੋਟਾ ਰਹਿ ਗਿਆ ਤਾਂ ਹਨੇਰਾ ਵੀ ਹੋ ਜਾਂਦਾ, ਫਿਰ ਰਾਤ ਨੂੰ 9 ਵੀ ਵੱਜ ਜਾਂਦੇ। ਇਹ ਹੁੰਦਾ ਕਿ ਸਿਰਫ ਨਿਹੰਗ ਸਿੰਘ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਤਤੁਹਾਡੇ ਬਰਤਨ ਜਾਂਦੇ ਕਿ ਆਮ ਲੋਕ ਜਿਹੜੇ ਨੇ ਜਾਂ ਤੁਹਾਡੇ ਪਿੰਡ ਦੇ ਲੋਕ ਵੀ ਇਹ ਬਰਤਨ ਖਰੀਦ ਕੇ ਲੈ ਕੇ ਜਾਂਦੇ ਆ? ਹਾਂ, ਸਾਡੇ ਪਿੰਡ ਵੀ ਇਹ ਪਰਾਤਾਂ, ਤੜਕਣੇ ਸਭ ਲੈ ਜਾਂਦੇ। ਅੱਛਾ, ਪਿੰਡ ਵਾਸੀ ਵੀ? ਹਾਂਜੀ। ਤੇ ਪਿੰਡ ਦੇ ਜਿਹੜੇ ਜਿੰਨੇ ਵੀ ਘਰ ਹੋਣਗੇ ਉਹ ਸਾਰੇ ਤੁਹਾਡੇ ਤੋਂ ਖਰੀਦੇ? ਵੈਸੇ ਮੈਂ ਵੇਖਿਆ ਪਿੰਡ 'ਚ 4-5 ਦੁਕਾਨਾਂ ਹੋਰ ਵੀ ਨੇ, ਸਭ ਤੋਂ ਜ਼ਿਆਦਾ ਕਹਿੰਦੇ ਨਛੱਤਰ ਸਿੰਘ ਹੋਣਾ ਕੋਲ ਤੁਸੀਂ ਜਾਇਓ। ਉਹ ਭਾਈ ਕੋਈ ਨਾ, ਦੇਖੋ ਹੁਣ ਅਸੀਂ, ਸਾਡੇ ਕੋਲ ਨਾ ਕੋਈ ਮਸ਼ੀਨ ਹੈ, ਹੱਥ ਨਾਲੇ ਕੰਮ ਕਰਨਾ। ਇਹਨਾਂ ਨੇ ਤਾਂ ਮਸ਼ੀਨਾਂ ਵੀ ਲਿਆਂਦੀਆਂ ਵੀ। ਸੋ ਅਸੀਂ ਜਿੱਥੇ ਮੈਂ ਦਿਖਾਵਾਂਗੀ ਇੱਕ ਵਾਰ ਕਿ ਚਮਚ ਤੋਂ ਲੈ ਕੇ ਜਿਹੜਾ ਇੱਥੇ ਹਰ ਇੱਕ ਭਾਂਡਾ ਜਿਹੜਾ ਤਿਆਰ ਹੁੰਦਾ ਹੈ, ਔਰ ਇੱਥੇ ਜਿਹੜੇ ਸੰਗਤ ਵੀ ਜਿਹੜੀ ਆਈ ਹੋਈ ਆ ਬਹੁਤ ਦੂਰੋਂ। ਵੈਸੇ ਕਿੱਥੇ ਤੱਕ ਹੁਣ ਤੁਹਾਡੇ ਬਰਤਨ ਜਾ ਚੁੱਕੇ ਨੇ? ਬਰਤਨ ਦਾ ਕੈਨੇਡਾ ਮਾ, ਅਮਰੀਕਾ 'ਚ, ਇੰਗਲੈਂਡ, ਸਾਰੇ ਸਭ ਚਲੇ ਗਏ। ਆ ਹੁਣ ਅੰਮ੍ਰਿਤਸਰ ਗਿਆ, 7 ਬੋਰੀਆਂ ਜਿਹੜੇ ਮੈਂ ਦਾਲ ਦੀ ਇੱਕ ਵਾਰ ਰਿੱਝਣੀ, ਸੁੱਕੀ ਦਾਲ ਦੀਆਂ 35 ਕੁਇੰਟਲ ਪਾਣੀ ਪੈਣਾ ਹੁਣ। ਫਿਰ ਸਾਨੂੰ ਬੁਲਾਇਆ ਉੱਥੇ ਵੀ ਐਡਾ ਮਿਣ ਕੇ ਲੈ ਜਾਓ, ਐਡਾ ਹੀ ਬਣਾਉਣਾ, ਇੱਥੇ ਛੋਟਾ ਨਹੀਂ ਬਣਾਉਣਾ। ਉਹਨਾਂ ਦੇ ਜੀ ਭੱਠੀ ਬਣਾਈ ਵੀ, ਕੜਾਹਾ 2 ਫੁੱਟ ਹੇਠਾਂ ਚਲੇ ਗਿਆ, ਉੱਪਰ 2 ਫੁੱਟ ਬਾਹਰ ਘੁੰਮਣ ਥਾਵਾਂ 4 ਚਫੇਰੇ, ਜਿਹੜਾ ਖਰਚਣਾ ਫੇਰਨਾ। ਬਿਲਕੁਲ ਜੀ। ਸੋ ਹੁਣ ਅਸੀਂ ਤੁਹਾਨੂੰ ਉਸ ਵੀਰ ਨਾਲ ਵੀ ਮਿਲਾਵਾਂਗੇ ਜਿਹੜੇ ਇੱਥੇ ਬੜੀ ਦੂਰੋਂ ਚੱਲ ਕੇ ਨੇ ਬਰਤਨ ਲੈਣ ਆਏ ਨੇ। ਇਹ ਪੁੱਛਦੇ ਆ ਕਿ ਕੀ ਲੈਣ ਆਏ ਹੋਏ ਨੇ ਇਸ ਵੇਲੇ। ਸੋ ਅਸੀਂ ਇਹਨਾਂ ਦਾ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਆਖਦੇ ਹਾਂ, ਸਵਾਗਤ ਕਰਦੇ ਹਾਂ। ਔਰ ਤੁਸੀਂ ਆਏ ਕਿੱਥੋਂ ਆ ਜੀ? ਅਸੀਂ ਜੀ ਅੰਮ੍ਰਿਤਸਰੋਂ ਆਏ ਹਾਂ ਜੀ। ਹਾਂਜੀ, ਤੇ ਸਾਨੂੰ ਵੀ ਇੱਦਾਂ ਹੀ ਪਤਾ ਲੱਗਾ ਸੀ ਕਿ ਸਰਬਲੋਹ ਦੇ ਜਿਹੜੇ ਬਰਤਨ ਆ ਉਹ ਇੱਥੇ ਮਿਲਦੇ ਨੇ, ਗੁਰੂ ਸਾਹਿਬ ਦਾ ਵਰਦਾਨ ਹੈ। ਤਾਂ ਫਿਰ ਅਸੀਂ ਉਹ ਸੁਣ ਕੇ ਅਸੀਂ ਕਿਹਾ ਵੀ ਚਲੋ ਅਸੀਂ ਵੀ ਖਰੀਦ ਕੇ ਇੱਥੇ ਖੜਦੇ ਹਾਂ। ਕੀ ਲੈਣ ਆਏ ਹੋ? ਐਕਚੁਅਲੀ ਕੁਝ ਬਾਟੇ ਨੇ, ਕੁਝ ਹੈ ਪਾਣੀ ਲਈ ਹੈ। ਹਾਂਜੀ। ਕਿਉਂਕਿ ਸਰਬਲੋਹ ਦੇ ਵਿੱਚ ਜੋ ਪੜ੍ਹਿਆ ਸੀ ਵੀ ਪਾਣੀ ਪਾ ਕੇ ਜਿਹੜਾ ਰੱਖ ਕੇ ਪੀਣਾ ਨਾ, ਹਾਂਜੀ, ਇਹ ਤੁਹਾਡੀ ਜਿਹੜੀ ਆਇਰਨ ਡੈਫੀਸ਼ੀਐਂਸੀ ਹੈ ਉਹਨੂੰ ਪੂਰਾ ਕਰਦਾ। ਵੈਸੇ ਅੰਮ੍ਰਿਤਸਰ ਗੁਰੂ ਨਗਰੀ ਹੈ ਬਹੁਤ ਵੱਡੀ, ਉੱਥੇ ਵੀ ਸਰਬਲੋਹ ਦੇ ਬਰਤਨ ਤਾਂ ਉੱਥੇ ਵੀ ਹੋਣਗੇ, ਕਿਉਂਕਿ ਇੱਥੋਂ ਵੀ ਬਾਪੂ ਜੀ ਦੱਸ ਰਹੇ ਸੀ ਕਿ ਇੱਥੋਂ ਹੀ ਉੱਥੇ ਜਾਂਦੇ ਨੇ। ਉੱਥੋਂ ਨਹੀਂ ਖਰੀਦਿਆ, ਇੱਥੇ ਸਪੈਸ਼ਲ ਆਏ ਹੋ? ਹਾਂਜੀ, ਉਹ ਇਹਦਾ ਕਾਰਨ ਹੈ ਕਿ ਬਈ ਜੋ ਵਿਸ਼ਵਾਸ ਇੱਕ ਬਣਿਆ ਹੁੰਦਾ ਨਾ ਸਤਵੇਂ ਪਾਤਸ਼ਾਹ ਤੇ, ਹਾਂ, ਤਾਂ ਇੱਕ ਉਹ ਵੀ ਹਿਸਾਬ ਹੈਗਾ ਕਿ ਵਿਸ਼ਵਾਸ ਦੇ ਕਾਰਨ ਵੀ ਜੋ ਸਾਨੂੰ ਇੱਥੋਂ ਵਿਸ਼ਵਾਸ ਹੈ ਵੀ ਇਹ ਸਰਬਲੋਹ ਦਾ ਹੀ ਹੋਊਗਾ, ਉੱਥੇ ਤੁਸੀਂ ਕਹਿ ਸਕਦੇ ਹੋ ਕਿ ਉਹ ਗੱਲ ਵਿਸ਼ਵਾਸ ਨਹੀਂ ਬਣਦਾ। ਇੱਥੇ ਆਮ ਤੌਰ ਤੇ ਤੁਸੀਂ ਜੌਬ ਕਰਦੇ ਹੋ? ਹਾਂਜੀ, ਮੈਂ ਟੀਚਰ ਹਾਂ।
ਟੀਚਰ ਹੋ। ਆਮ ਤੌਰ ਤੇ ਅਸੀਂ ਘਰਾਂ 'ਚ ਦੇਖਦੇ ਹਾਂ ਕਿ ਸਾਡੇ ਘਰਾਂ 'ਚ ਕੱਚ ਵਾਲੇ ਬਰਤਨ ਜ਼ਿਆਦਾ ਆ ਗਏ, ਸਟੀਲ ਵਾਲੇ ਜ਼ਿਆਦਾ ਆ ਗਏ, ਡਾਈਨਿੰਗ ਟੇਬਲ ਸਾਡਾ ਸੱਜਿਆ ਹੁੰਦਾ ਵੰਨ-ਸੁਵੰਨੇ ਭਾਂਡਿਆਂ ਦੇ ਨਾਲ, ਪਰ ਇਹਨਾਂ ਚੀਜ਼ਾਂ ਤੋਂ ਅਸੀਂ ਦੂਰ ਹੋ ਗਏ ਹਾਂ, ਹੈ ਨਾ। ਸੋ ਕੀ ਮਹਿਸੂਸ ਕੀ ਕਰਦੇ ਹੋ ਕਿ ਅਸੀਂ ਆਪਣੇ ਆਪ ਹੀ ਬਿਮਾਰੀਆਂ ਨੂੰ ਬੁਲਾਵਾ ਦੇ ਰਹੇ ਕਿ ਆਓ ਸਾਨੂੰ ਸਾਡੇ ਗਲੇ ਲੱਗ ਜਾਓ ਆ ਕੇ? ਵੇਖੋ ਜੀ, ਗੁਰੂ ਸਾਹਿਬ ਨੇ ਤੇ ਸਾਨੂੰ ਬਹੁਤ ਕੁਝ ਦਿੱਤਾ ਸੀ, ਜਿਨ੍ਹਾਂ ਵਿੱਚੋਂ ਪ੍ਰਮੁੱਖ ਸੀ ਬਾਟਾ, ਬਾਣੀ ਤੇ ਬਾਣਾ। ਜੀ ਇਹ ਤਿੰਨ ਚੀਜ਼ਾਂ ਤੋਂ ਅਸੀਂ ਦੂਰ ਹੋ ਗਏ। ਖੁਦ ਮੇਰਾ ਵੀ ਦੇਖੋ, ਖੁਦ ਮੈਂ ਆਪਣੇ ਆਪ ਨੂੰ ਵੀ ਦੋਸ਼ੀ ਮੰਨਦਾ, ਠੀਕ ਹੈ। ਲੇਕਿਨ ਚਲੋ ਜਿੰਨੀ ਕੁ ਸਮਝ ਹੈਗੀ ਹੈ ਕਿ ਇਹ ਕਿਉਂ ਦਿੱਤਾ ਹੈ ਗੁਰੂ ਸਾਹਿਬ ਨੇ ਸਾਨੂੰ, ਲੋਹੇ ਨਾਲ ਹੀ ਕਿਉਂ ਜੋੜਿਆ, ਕਿਸੇ ਹੋਰ ਵੀ ਮੈਟਲ ਨਾਲ ਸਾਨੂੰ ਕਹਿ ਸਕਦੇ ਸੀ। ਉਹਦਾ ਰੀਜ਼ਨ ਇਹੀ ਹੈ ਕਿ ਬਈ ਜਿਹੜੀ ਆਇਰਨ ਡੈਫੀਸ਼ੀਐਂਸੀ ਹੈ ਸਾਡੇ ਸਰੀਰ ਦੇ ਵਿੱਚ, ਅਗਰ ਆਇਰਨ ਦੀ ਡੈਫੀਸ਼ੀਐਂਸੀ ਨਹੀਂ ਹੈ, ਲੋਹਾ ਸਾਡੇ ਸਰੀਰ 'ਚ ਪੂਰਾ, ਤਾਂ ਸਾਡੀ ਇਮਿਊਨਿਟੀ ਨੂੰ ਵਧਾਉਂਦਾ। ਇਮਿਊਨਿਟੀ ਨੂੰ ਵਧਾਉਣ ਕਰਕੇ ਸਾਨੂੰ ਬਿਮਾਰੀਆਂ ਨਹੀਂ ਲੱਗਦੀਆਂ, ਅਤੇ ਉਹਦੇ ਕਾਰਨ ਇਹ ਜਿਹੜਾ ਇੱਕ ਸਾਨੂੰ ਹਰ ਤਰ੍ਹਾਂ ਦੀ ਬਿਮਾਰੀ ਤੋਂ ਬਚਾ ਦਿੰਦਾ। ਤੋ ਹੁਣ ਅਸੀਂ ਅਕਸਰ ਵੇਖਦੇ ਹਾਂ, ਹੌਸਪੀਟਲਾਂ 'ਚ ਜਾਂਦੇ ਹਾਂ, ਮੈਂ ਕਦੀ ਨਿਹੰਗ ਸਿੰਘ ਕਦੀ ਕਿਸੇ ਹੌਸਪੀਟਲ ਭਰਤੀ ਹੋਇਆ ਨਹੀਂ ਦੇਖਿਆ। ਬਿਲਕੁਲ ਤੁਸੀਂ ਦੇਖਿਆ ਹੋਊਗਾ, ਮੈਨੂੰ ਪਤਾ ਨਹੀਂ, ਪਰ ਮੈਂ ਨਹੀਂ ਦੇਖਿਆ। ਮੈਂ ਇੱਕ ਰੀਜ਼ਨ ਜੋ ਜਿੰਨੀ ਕੁ ਮੇਰੀ ਸਮਝ ਹੈ, ਇੱਕ ਰੀਜ਼ਨ ਇਹ ਵੀ ਹੈ ਕਿ ਸਾਡੇ ਨਿਹੰਗ ਸਿੰਘ ਸਭ ਕੁਝ ਸਰਬਲੋਹ ਦੇ ਬਰਤਨਾਂ 'ਚ ਹੀ ਛਕਦੇ ਆ। ਬਾਟਾ ਉਹਨਾਂ ਦੇ ਕੋਲ ਹਮੇਸ਼ਾ ਹੁੰਦਾ। ਤੋ ਇਹ ਇੱਕ ਬੜਾ ਵੱਡਾ ਕਾਰਨ ਆ। ਅਸੀਂ ਅਗਰ ਗੁਰੂ ਸਾਹਿਬ ਦੇ ਕਹੇ ਹੋਏ ਤੇ ਚੱਲਦੇ ਤਾਂ ਜੋ ਸਾਡੀ ਅੱਜ ਲੋਕਾਂ ਦੀ, ਪੰਜਾਬੀਆਂ ਦੀ ਖਾਸ ਕਰ ਹਾਲਤ ਆ, ਸ਼ਾਇਦ ਨਾ ਹੁੰਦੀ। ਰਾਈਟ। ਸੋ ਜਿੱਥੇ ਉਹ ਅੰਮ੍ਰਿਤਸਰ ਤੋਂ ਆਏ ਹੋਏ ਸਨ ਸਰਬ ਲੋਹ ਦੇ ਬਰਤਨ ਲੈਣ ਦੇ ਲਈ, ਇੱਥੇ ਇੱਕ ਹੋਰ ਵੀਰ ਪਹੁੰਚੇ ਹੋਏ ਨੇ, ਗੱਲ ਕਰ ਲੈਂਦੇ ਨੇ। ਹਾਂਜੀ, ਆਪ ਜੀ ਕਿੱਥੋਂ ਆਏ ਹੋ ਜੀ? ਸਤਿ ਸ਼੍ਰੀ ਅਕਾਲ ਜੀ, ਅਸੀਂ ਰਾਜਪੁਰੇ ਤੋਂ ਆਏ ਹੋਏ ਹਾਂ। ਅੱਛਾ ਜੀ। ਇਹ ਸਰਬਲੋਹ ਦਾ ਭਾਂਡਾ ਲੈਣ ਆਏ ਹਾਂ ਕਿਉਂਕਿ ਮੇਰੇ ਫਾਦਰ ਸਾਹਿਬ ਦੇ ਗੋਡੇ ਦਰਦ ਹੁੰਦੇ ਆ, ਤੇ ਸਾਨੂੰ ਕਿਸੇ ਨੇ ਰੈਫਰੈਂਸ ਦਿੱਤੀ ਹੈ ਕਿ ਇੱਥੇ ਜਾਓ ਤੇ ਇਹ ਭਾਂਡੇ 'ਚ ਜੋ ਪੀਂਦੇ ਇਹਦੇ 'ਚ ਤੱਤ ਹੁੰਦਾ ਹੈ, ਤਾਂ ਇਹ 'ਚ ਜੋ ਵੀ ਖਾਣ ਪੀਣ ਨਾਲ ਤਾਂ ਗੋਡੇ 'ਚ ਫਰਕ ਪੈ ਜਾਂਦਾ। ਬਿਲਕੁਲ ਜੀ। ਹੁਣ ਤੁਸੀਂ ਇਹ ਬਰਤਨ ਖਰੀਦਣ ਲੱਗੇ ਹੋ, ਹਾਂਜੀ। ਇੱਕੋ ਇਕੱਲਾ ਬਾਟਾ ਹੀ ਲੈਣਾ ਹੈ ਹੋਰ ਵੀ ਭਾਂਡੇ ਲੈਣੇ? ਲੈਣੀ ਹੈ ਜੀ। ਅੱਛਾ ਜੀ। ਹਾਲੇ ਤਾਂ ਸਰਬਲੋਹ ਦਾ ਬਾਟਾ ਹੀ ਦੇਖਿਆ, ਫਿਰ ਥਾਲੀ ਲੈਣੀ ਹੈ ਤੇ ਨਾਲ ਚਮਚ ਲੈਣਾ ਹੈ। ਅੱਛਾ ਜੀ, ਇੱਕ ਵਾਰੀ ਮੈਂ ਜ਼ਰੂਰ ਇਹ ਜਿਹੜੇ ਭਾਂਡੇ ਇਹਨਾਂ ਨੇ ਕੱਢੇ ਹੋਏ ਨੇ, ਸੋ ਇਹ ਲੈ ਕੇ ਵੀ ਜਾਣਗੇ। ਸੋ ਮੈਂ ਆਪ ਜੀ ਨੂੰ ਇੱਕ ਹੋਰ ਸਾਰੇ ਹੀ ਦਰਸ਼ਕਾਂ ਨੂੰ ਜਾਣਕਾਰੀ ਦੇਣਾ ਚਾਹਾਂਗੀ ਕਿ ਸਰਬ ਲੋਹ ਦੇ ਬਰਤਨ ਨੂੰ ਬਹੁਤ ਵੱਡੀ ਜਿਹੜੀ ਹੈ ਇਹ ਖਾਲਸਾ ਪੰਥ ਦੇ ਵਿੱਚ ਮਾਨਤਾ ਦਿੱਤੀ ਗਈ ਹੈ। ਅਸੀਂ ਅੱਜ ਵੀ ਜਦੋਂ ਗੁਰੂ ਘਰਾਂ ਦੇ ਵਿੱਚ ਜਾਂਦੇ ਹਾਂ, ਜਿੰਨੇ ਵੀ ਪ੍ਰਸ਼ਾਦਾ, ਜਿੰਨੇ ਗੁਰੂ ਘਰਾਂ ਦੇ ਵਿੱਚ ਲੰਗਰ ਤਿਆਰ ਹੁੰਦਾ ਹੈ, ਉਹ ਸਾਰੇ ਸਰਬ ਲੋਹ ਦੇ ਭਾਂਡਿਆਂ 'ਚ ਤਿਆਰ ਕੀਤਾ ਜਾਂਦਾ ਹੈ। ਦਸਮ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਸੀ, ਉਹ ਵੀ ਜਿਹੜੀ ਹੈ ਸਰਬ ਲੋਹ ਦੇ ਬਰਤਨ ਬਾਟੇ ਦੇ ਵਿੱਚ ਅੰਮ੍ਰਿਤ ਤਿਆਰ ਕੀਤਾ ਗਿਆ ਸੀ। ਔਰ ਅੱਜ ਵੀ ਜਿੰਨੇ ਨਿਹੰਗ ਸਿੰਘ ਅਸੀਂ ਦੇਖਦੇ ਹਾਂ ਤਾਂ ਉਹਨਾਂ ਦੇ ਖੀਸੇ ਦੇ ਵਿੱਚ ਤੁਹਾਨੂੰ ਬਾਟਾ ਜ਼ਰੂਰ ਨਜ਼ਰ ਆਵੇਗਾ, ਕਿਉਂਕਿ ਜੇ ਕਿਤੇ ਉਹ ਜਾਂਦੇ ਵੀ ਆ ਨਾ ਤਾਂ ਅਸੀਂ ਜਲ ਲੈ ਕੇ ਜਾਈਏ ਤਾਂ ਕਹਿਣਗੇ ਭੈਣੇ ਬਾਟੇ 'ਚ ਹੀ ਪਾ ਦਿਓ, ਤਾਂ ਉਹ ਕਦੇ ਵੀ ਸਟੀਲ ਦੇ ਭਾਂਡੇ 'ਚ ਜਿਹੜਾ ਜਲ ਨਹੀਂ ਛਕਦੇ ਹੈਗੇ। ਨਿਹੰਗ ਸਿੰਘ ਹਮੇਸ਼ਾ ਜਿਹੜੇ ਨੇ ਆਪਣਾ ਬਾਟਾ ਨਾਲ ਰੱਖਦੇ ਨੇ ਤੇ ਉਹ ਆਪਣਾ ਪ੍ਰਸ਼ਾਦਾ ਲੰਗਰ ਆਪਣੇ ਇਸੇ ਭਾਂਡਿਆਂ 'ਚ ਹੀ ਛਕਦੇ ਨੇ। ਸੋ ਦੂਸਰੇ ਨੰਬਰ 'ਤੇ ਅਸੀਂ ਗੱਲ ਕਰੀਏ ਤਾਂ ਇਹਦੇ ਫਾਇਦੇ ਕੀ ਨੇ, ਹੁਣ ਤੁਹਾਨੂੰ ਇਸਦੇ ਫਾਇਦੇ ਦੱਸਦੇ ਹਾਂ। ਸਭ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਨੂੰ ਬਿਮਾਰੀਆਂ ਨੇ ਜਕੜਿਆ ਹੋਇਆ, ਬਵਾਸੀਰ, ਜੋੜਾਂ ਦਾ ਜਿਹੜਾ ਦਰਦ ਹੁੰਦਾ ਹੈ, ਸਰੀਰ 'ਚ ਗੰਢਾਂ ਪੈ ਜਾਂਦੀਆਂ ਨੇ, ਨੀਂਦ ਨਹੀਂ ਆਉਂਦੀ ਹੈਗੀ, ਕੈਂਸਰ ਹੁੰਦੀ ਹੈ, ਮਿਰਗੀ ਦੌਰੇ ਪੈਂਦੇ ਨੇ। ਤੇ ਕਿਹਾ ਜਾਂਦਾ ਹੈ ਕਿ ਜਿਹੜਾ ਇਸ ਬਰਤਨ ਦੇ ਵਿੱਚ ਆ ਕੇ ਜਾਂ ਭਾਂਡੇ ਦੇ ਵਿੱਚ ਕੋਈ ਜਲ ਛਕੇ ਜਾਂ ਪ੍ਰਸ਼ਾਦਾ ਛਕੇ ਤਾਂ ਕਦੇ ਵੀ ਇਹ ਰੋਗ ਜਿਹੜਾ ਸਰੀਰ ਨੂੰ ਲੱਗਦਾ ਨਹੀਂ ਹੈ। ਜੇ ਲੱਗਾ ਹੋਵੇ ਤਾਂ ਉਹ ਆਪਣੇ ਆਪ ਜਿਹੜਾ ਦੂਰ ਹੋ ਜਾਂਦਾ ਹੈ। ਇੱਕ ਵੈਦ ਦੇ ਵੱਲੋਂ ਜਿਹੜੀ ਚੀਜ਼ ਸਾਂਝੀ ਵੀ ਕੀਤੀ ਗਈ ਸੀ, ਤੇ ਔਰ ਜਿਹੜਾ ਵੱਡਾ ਵਰਦਾਨ 2 ਪਾਤਸ਼ਾਹੀਆਂ ਤੇ ਤੀਸਰੀ ਪਾਤਸ਼ਾਹੀ ਨੇ 9ਵੇਂ ਪਾਤਸ਼ਾਹ ਨੇ ਚਰਨ ਪਾਏ, 3 ਪਾਤਸ਼ਾਹੀਆਂ ਦੀ ਜਿਹੜਾ ਵੱਡਾ ਵਰਦਾਨ ਇਸ ਪਿੰਡ ਨੂੰ ਮਿਲਿਆ ਹੋਇਆ ਹੈ। ਸੋ ਇਸ ਤੋਂ ਵੱਡਾ ਕੀ ਹੋ ਸਕਦਾ? ਦਸਮ ਪਾਤਸ਼ਾਹ ਨੇ ਆਪ ਹੀ ਜਿਹੜਾ ਐਡਾ ਵੱਡਾ ਵਰਦਾਨ ਦਿੱਤਾ ਹੋਵੇ ਕਿ ਭਾਈ ਸਰਬ ਲੋਹ ਦੇ ਜਿਹੜੇ ਨੇ ਭਾਂਡਿਆਂ 'ਚ ਜਲ ਛਕਣਾ ਜਾਂ ਪ੍ਰਸ਼ਾਦਾ ਛਕਣਾ, ਸੋ ਬੜੇ ਵੱਡੀਆਂ ਚੀਜ਼ਾਂ ਹੋ ਜਾਂਦੀਆਂ ਨੇ ਕਿ ਪਾਤਸ਼ਾਹੀਆਂ ਨੇ ਆਪ ਜਿਹੜਾ ਇੰਨਾ ਵੱਡਾ ਵਰਦਾਨ ਦਿੱਤਾ ਹੈ। ਸੋ ਇਹ ਕਦੇ ਬਿਮਾਰੀਆਂ ਲਾਗੇ ਨਹੀਂ ਆਉਂਦੀਆਂ। ਫਿਰ ਉਸ ਤੋਂ ਬਾਅਦ ਹਮੇਸ਼ਾ ਜਿਹੜੇ ਸਾਨੂੰ ਕਕਾਰ ਬਖਸ਼ੇ ਗਏ ਨੇ ਉਹ ਵੀ ਲੋਹੇ ਦੇ ਬਖਸ਼ੇ ਗਏ ਨੇ। ਅਸੀਂ ਸਰਬ ਲੋਹ ਦਾ ਕੜਾ ਹੱਥ ਵਿੱਚ ਪਾਉਣੇ ਆ, ਤਾਂ ਇਹ ਚੀਜ਼ਾਂ ਬੜੀਆਂ ਜ਼ਰੂਰੀ ਕੀਤੀਆਂ ਗਈਆਂ ਨੇ। ਸੋ ਇਸੇ ਨੂੰ ਲੈ ਕੇ ਅੱਜ ਇਸ ਪਿੰਡ ਦੇ ਵਿੱਚ ਵੀ
ਘੜੂਆਂ ਪਿੰਡ, ਜੋ ਕਿ ਜੇਕਰ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਮੈਂ ਦੱਸ ਦਿੰਦੀ ਕਿ ਘੜੂਆਂ ਪਿੰਡ ਜਿਹੜਾ ਮੋਰਿੰਡੇ ਔਰ ਖਰੜ ਦੇ ਬਿਲਕੁਲ ਜਿਹੜਾ ਵਿਚਕਾਰ ਪੈਂਦਾ ਹੈਗਾ। ਇਸ ਪਿੰਡ ਦੇ ਵਿੱਚ ਤੁਸੀਂ ਆ ਕੇ ਬਾਬਾ ਨਛੱਤਰ ਸਿੰਘ ਐਂਡ ਸਨ, ਜੇ ਕਿ ਸਾਡੇ ਬਾਹਰ ਜਿਹੜਾ ਤੁਹਾਨੂੰ ਬੋਰਡ ਵੀ ਦਿਖਾ ਦਿੰਦੇ ਆ, ਇੱਥੇ ਤੁਸੀਂ ਆ ਕੇ ਆਪ ਲੈ ਵੀ ਸਕਦੇ ਹੋ। ਬੜੇ ਦੂਰ ਦੂਰ ਤੱਕ ਜਿਹੜੇ ਬਰਤਨ ਜਾਂਦੇ ਨੇ। ਬਾਬਾ ਜੀ ਕੁਝ ਹੋਰ ਸਾਨੂੰ ਦੱਸਣਾ ਚਾਹੋਗੇ ਜੋ ਹਾਲ ਤੱਕ ਸਾਡੇ ਤੋਂ ਜਿਹੜੀ ਜਾਣਕਾਰੀ ਕੁਝ ਅਧੂਰੀ ਰਹਿ ਗਈ ਹੋਵੇ, ਜੋ ਅਸੀਂ ਨਹੀਂ ਪੁੱਛ ਪਾਏ, ਜਾਂ ਪਤਾ ਕੁਝ ਬਰਤਨਾਂ ਦੇ ਬਾਰੇ ਕੁਝ ਖਾਸ ਰਹਿ ਗਿਆ ਹੋਵੇ ਤਾਂ ਜ਼ਰੂਰ ਸਾਡੇ ਨਾਲ ਸਾਂਝਾ ਕਰ ਲਓ। ਹਾਂਜੀ ਬਾਜੀ ਬਰਤਨ ਤਾਂ ਆਹੀ ਬਣਦੇ ਆ, ਸਭ ਇੱਥੇ ਹੀ ਆ ਕੇ ਲਿਜਾਨੇ ਆ। ਆ ਦੇਖ ਲਓ ਨੰਦ ਗੋਬਿੰਦਗੜ੍ਹ ਘੋੜੇ ਦੇ ਖੁਰੀ ਦਵਾਈ, ਉੱਥੇ ਕਹਿੰਦੇ ਲੋਹੇ ਦੀ ਮੰਡੀ ਬਣੂਗੀ। ਅੱਛਾ ਜੀ। ਹੁਣ ਉੱਥੇ ਲੋਹਾ ਹੀ ਆ ਹਰ ਮੇਲ ਦਾ, ਹਾਂ ਕਿ ਜਿਹੜਾ ਜਿਹਾ ਮਰਜ਼ੀ ਲੋਹਾ ਲੈ ਲਓ, ਬਿਲਕੁਲ। ਉੱਥੇ ਲੋਹੇ ਦਾ ਹੀ, ਹੋਰ ਕੰਮ ਕੁਛ ਨਹੀਂ ਹੈ। ਹਾਂਜੀ ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਣਿਆ। ਕੋਈ ਨਾ ਸ਼ੁਕਰੀਆ ਜੀ। ਬੀਬੀ ਇਹ ਗੱਲ ਦਾ ਕੁਛ ਨਹੀਂ, ਗੱਲ ਕੰਮ ਵਾਲਾ ਤਾਂ ਆਉਂਦਾ ਹੀ ਹੈ। ਜੇ ਕੰਮ ਵਾਲਾ ਵੀ ਆਉਂਦਾ ਹੈ, ਉਹ ਵੀ ਤਾਂ ਦੋ ਕੜੀ ਦਵਾਈ ਜਾਂਦਾ ਸਾਡੇ ਕੋਲ, ਉਹ ਵੀ ਤਾਂ ਦੇਖ ਕੇ ਹੀ ਲੈਣਾ ਉਹਨੇ ਸਮਾਨ। ਹੁਣ ਬਾਜਾ ਬੰਦਾ ਆਉਂਦਾ, ਕੱਲ 2-3 ਬੀਬੀਆਂ ਆਈਆਂ, 2 ਘੰਟੇ ਨਹੀਂ ਗਈਆਂ। ਉਹ ਕਹਿੰਦੇ ਵੀ ਆਹ ਵੀ ਦੇ ਦਿਓ, ਆਹ ਵੀ ਦੇ ਦਿਓ। ਫਿਰ ਕਹਿੰਦੇ ਵੀ ਕਿਆ ਦਾਲ ਕਾਹਦੇ में ਬਣਾਈਏ, ਦਾਲ ਵਾਲਾ ਵੀ ਲੈ ਗਈਆਂ। ਕਹਿੰਦੇ ਵੀ ਉਹਦੇ ਮੈਂ ਪਾਣੀ ਰੱਖ ਕੇ ਪੀਣਾ। ਮਗਾ ਭਾਈ ਜਿਹੜਾ ਦਾਲ ਪਾਣੀ ਪੀਣਾ ਖਾਣਾ ਹੈ, ਉਹ ਧੋ ਕੇ ਡੋਲਣਾ ਨਹੀਂ ਹੈ। ਜਿਹੜੀ ਕਾਠ ਲੱਗੀ ਵੀ ਹੋਊਗੀ ਭਾਂਡੇ ਵਿੱਚ, ਉਹ ਪੀ ਲੈਣੀ ਹੈ। ਉਹ ਸਭ ਦਵਾਈਆਂ, ਉਹ ਦਵਾਈਓ ਹੈ, ਹੋਰ ਕੋਈ ਗੈਰਨਾ ਨਹੀਂ ਹੈ। ਆਏ ਬੀਬੀ ਕੋਈ ਨਾ। ਧੰਨਵਾਦ ਜੀ। ਸੋ ਬਿਲਕੁਲ ਜੀ, ਇਹ ਸਨ ਸਾਡੇ ਨਾਲ ਬਾਬਾ ਨਛੱਤਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਸਾਰੀ ਜਾਣਕਾਰੀ ਸਾਂਝਾ ਕੀਤੀ ਕਿ ਕਿਸ ਤਰੀਕੇ ਦੇ ਨਾਲ ਸਰਬ ਲੋਹ ਦੇ ਬਰਤਨ ਇੱਥੇ ਤਿਆਰ ਕੀਤੇ ਜਾਂਦੇ ਨੇ, ਔਰ ਸਰਬ ਲੋਹ ਦੇ ਵਿੱਚ ਭਾਂਡਿਆਂ ਦੇ ਵਿੱਚ ਜਿਹੜੀ ਹੈ ਕਿੰਨੀ ਤਾਕਤ ਹੁੰਦੀ ਹੈ, ਦੂਸਰੇ ਨੰਬਰ ਤੇ ਕਿੰਨਾ ਸਮਾਂ ਲੱਗਦਾ, ਕਿੰਨੀ ਕਟਾਈ ਹੁੰਦੀ, ਕਿਸ ਤਰੀਕੇ ਨਾਲ ਹੁੰਦੀ, ਤੁਹਾਨੂੰ ਸਭ ਕੁਝ ਅਸੀਂ ਦਿਖਾ ਚੁੱਕੇ ਹਾਂ। ਜੇਕਰ ਆਉਣਾ ਹੋਇਆ ਤਾਂ ਜ਼ਰੂਰ ਪਿੰਡ ਘੜੂਆਂ ਆਇਓ, ਔਰ ਇੱਥੇ ਗੁਰਦੁਆਰਾ ਸਾਹਿਬ ਵੀ ਮੌਜੂਦ ਹੈ, ਉੱਥੇ ਵੀ ਦਰਸ਼ਨ ਦਿਦਾਰੇ ਕਰਕੇ ਜਾਇਓ। ਤੇ ਹੁਣ ਤੁਹਾਡੇ ਤੋਂ ਅਸੀਂ ਲਵਾਂਗੇ ਆਗਿਆ, ਸਹਿਯੋਗੀ ਪਰਵਿੰਦਰ ਸਿੰਘ ਦੇ ਨਾਲ ਮਨਦੀਪ ਕੌਰ ਸੰਧੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।